ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਲੈ ਕੇ ਆਏ ਹਾਂ ਕਹਾਣੀ ਦਾ ਅਗਲਾ ਭਾਗ। ਨਾਭੀ ਪੱਗ ਤੇ ਸਿਰ ਉੱਪਰ ਸਜੇ ਸਿਹਰੇ ਨਾਲ ਰਾਜੂ ਦਾ ਚਿਹਰਾ ਢਕਿਆ ਹੋਇਆ ਸੀ। ਜਿਵੇਂ ਹੀ ਰਣਦੀਪ ਤਿਆਰ ਹੋ ਪੈਲਸ ਵਿੱਚ ਆਈ, ਸਭ ਦੀਆਂ ਨਜ਼ਰਾਂ ਉਸ ਉੱਪਰ ਜਾ ਟਿਕੀਆਂ ਸੀ। ਗਾਣੇ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਚੱਲ ਪਈਆਂ। ਰਾਜੂ ਦੇ ਦੋਸਤ, ਓਏ ਰਾਜੂ ਦੇਖ, ਭਾਬੀ ਆ ਗਈ, ਚੱਲ ਦੇਖਣ ਚੱਲ ਗਏ। ਦਲੀਪ, ਕੋਈ ਨਾ, ਐਸੇ ਕੋਲ ਹੀ ਆ ਰਹੀ ਆ, ਇਹਨੇ ਹੀ ਹੱਥ ਫੜ ਕੇ ਚੜਾਉਣਾ ਉਹਨੂੰ ਸਟੇਜ 'ਚ। ਕਿਉਂ? ਰਾਜੂ ਛੇੜਦਾ ਹੋਇਆ ਹੱਸਣ ਲੱਗ ਪਿਆ। ਰਾਜੂ ਨੇ ਸਿਹਰੇ ਵਿਚਲੇ ਮੋਤੀ ਹੱਥ ਨਾਲ ਪਾਸੇ ਕਰਦਿਆਂ ਉਸ ਨੂੰ ਦੇਖਣ ਦੀ ਕੋਸ਼ਿਸ਼ ਕੀਤੀ, ਪਰੰਤੂ ਆਸੇ ਪਾਸੇ ਉਸਦੇ ਭਰਾਵਾਂ ਨੇ ਉਸ ਉੱਪਰ ਦੀ ਫੁਲਕਾਰੀ ਤਾਣੀ ਹੋਈ ਸੀ ਤੇ 2-4 ਕੁੜੀਆਂ ਉਸਦੇ ਨਾਲੋਂ ਨਾਲ ਆ ਰਹੀਆਂ ਸਨ, ਜਿਸ ਕਰਕੇ ਰਾਜੂ ਦੀ ਉਸਨੂੰ ਠੀਕ ਤਰ੍ਹਾਂ ਦੇਖ ਨਹੀਂ ਪਾਇਆ। ਰਾਜੂ ਉਸ ਨੂੰ ਹੌਲੀ ਹੌਲੀ ਕਦਮ ਪੜਦੇ ਰਣਦੀਪ ਸਟੇਜ ਤੱਕ ਆ ਗਈ ਤਾਂ ਰਾਜੂ ਦੀ ਨਜ਼ਰ ਉਸ 'ਤੇ ਪੈ ਗਈ। ਰਣਦੀਪ ਨੂੰ ਨਿਹਾਰ ਉਹ ਆਪਣੇ ਹੋਸ਼ ਵਾਸ਼ ਖੋ ਬੈਠਾ। ਉਸ ਦੀਆਂ ਪਲਕਾਂ ਇੱਕ ਪਲ ਲਈ ਵੀ ਉਸ ਉੱਪਰੋਂ ਨਹੀਂ ਹਟ ਰਹੀਆਂ ਸਨ। ਰਣਦੀਪ ਲਾਲ ਜੋੜੇ ਵਿੱਚ ਇੰਨੀ ਫੱਬ ਰਹੀ ਸੀ ਜਿਵੇਂ ਬਿਲਕੁਲ ਚੰਨ ਦਾ ਟੁਕੜਾ ਧਰਤੀ 'ਤੇ ਆ ਗਿਆ ਹੋਵੇ। ਉਸ ਦਾ ਚਿਹਰਾ ਜਿਵੇਂ ਕੋਈ ਖਿੜਿਆ ਗੁਲਾਬ ਹੋਵੇ। ਰਾਜੂ ਦੀਆਂ ਨਜ਼ਰਾਂ ਉਸ ਉੱਪਰੋਂ ਹਟਣ ਦਾ ਨਾਮ ਨਹੀਂ ਲੈ ਰਹੀਆਂ ਸਨ। ਕਿੰਨਾ ਹੀ ਚਿਰ ਉਹ ਉਸ ਉੱਪਰ ਟਿਕੀ ਲਗਾਈ ਦੇਖਦਾ ਰਿਹਾ। ਰਣਦੀਪ ਨੂੰ ਦੇਖ ਕੋਲ ਖੜੇ ਦਲੀਪ ਦਾ ਮੂੰਹ ਵੀ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਦਲੀਪ ਦੇ ਮੂੰਹ ਵੱਲ ਵੇਖ ਨਾਲ ਦੀਆਂ ਕੁੜੀਆਂ ਵਿੱਚ ਹਾਸਾ ਛਿੜ ਗਿਆ। ਉਹਨਾਂ ਵਿੱਚ ਇੱਕ ਹੱਸਦੀ ਹੋਈ ਬੋਲੀ, ਮੂੰਹ ਬੰਦ ਕਰ ਲਓ ਜੀ, ਨਹੀਂ ਮੱਖੀ ਪੈ ਜਾਣੀ ਹੈ। ਇੰਨੇ ਨਾਲ ਸਾਰੀਆਂ ਖਿੜਖੜਾ ਕੇ ਹੱਸ ਪਈਆਂ। ਦੇਖ ਰਾਜੂ ਨੇ ਵੀ ਆਪਣਾ ਹੋਸ਼ ਸੰਭਾਲਿਆ। ਮੂਵੀ ਵਾਲੇ ਨੇ ਰਾਜੂ ਦੇ ਕੰਨ ਵਿੱਚ ਹੌਲੀ ਜਿਹੇ ਕਿਹਾ, ਤੁਸੀਂ ਇੱਥੇ ਆਓ ਜੀ, ਕੁੜੀ ਨੂੰ ਹੱਥ ਫੜ ਕੇ ਲੈ ਕੇ ਆਓ ਅੱਗੇ। ਇੰਨਾ ਕਹਿ ਉਸਨੇ ਡੀਜੇ ਵਾਲੇ ਨੂੰ ਕਹਿ ਗਾਣਾ ਵੀ ਲਗਵਾ ਦਿੱਤਾ। ਚਿਹਰੇ ਉੱਪਰ ਹਲਕੀ ਜਿਹੀ ਮੁਸਕਾਨ ਨਾਲ ਰਾਜੂ ਅੱਗੇ ਵਧਿਆ। ਰਣਦੀਪ ਦੇ ਨਰਮ ਹੱਥਾਂ ਨੂੰ ਆਪਣੇ ਹੱਥ ਵਿੱਚ ਲੈਂਦੇ ਉਸਨੇ ਰਣਦੀਪ ਨੂੰ ਸਟੇਜ 'ਤੇ ਲੈ ਆਉਂਦਾ। ਪਹਿਲਾਂ ਦੋਨਾਂ ਦੀ ਵਰਮਾਲਾ ਕਰਵਾਈ ਗਈ, ਫਿਰ ਦੋਨਾਂ ਨੂੰ ਸੋਫਿਆਂ 'ਤੇ ਬਿਠਾ ਦਿੱਤਾ ਗਿਆ। ਇੱਕ ਇੱਕ ਕਰਕੇ ਸ਼ਗਨ ਦੀ ਰਸਮ ਅਦਾ ਕੀਤੀ ਗਈ। ਸਾਰੇ ਬਰਾਤੀਆਂ ਦੀ ਪੂਰੀ ਫੁੱਲ ਸੇਵਾ ਕੀਤੀ ਗਈ। ਖਾਣ ਪੀਣ ਦੇ ਪ੍ਰਬੰਧ ਵਿੱਚ ਕੋਈ ਕਮੀ ਨਹੀਂ ਛੱਡੀ ਗਈ। ਸਾਰੇ ਬਰਾਤੀ ਪ੍ਰੋਗਰਾਮ ਦੇਖ ਬੜੇ ਖੁਸ਼। ਆਨੰਦ ਕਾਰਜ ਹੋ ਜਾਣ ਮਗਰੋਂ ਸ਼ਾਮੀ ਡੋਲੀ ਤੋਰਨ ਦੀ ਤਿਆਰੀ ਕੀਤੀ ਗਈ। ਰਣਦੀਪ ਦੇ ਲੈਣ ਦੇਣ ਆਲਾ ਸਮਾਨ ਪਹਿਲਾਂ ਹੀ ਦੂਜੀ ਗੱਡੀ ਉੱਪਰ ਤੋਰ ਦਿੱਤਾ ਗਿਆ ਸੀ। ਡੋਲੀ ਤੁਰਨ ਤੋਂ ਪਹਿਲਾਂ ਹੀ ਰਣਦੀਪ ਆਪਣੇ ਪਿਓ ਨੂੰ ਗਲ ਲਗਾ ਉੱਚੀ ਉੱਚੀ ਰੋਣ ਲੱਗ ਪਈ। ਲੈ ਮੇਰਾ ਪੁੱਤ ਕਮਲਾ ਰੋਣ ਲੱਗ ਗਿਆ, ਸਿਆਣਾ ਬਣੀ ਦਾ ਹੁੰਦਾ, ਨਾਲੇ ਤੂੰ ਕਿਹੜਾ ਕਿਤੇ ਵਾਹਲੀ ਦੂਰ ਜਾ ਰਿਹਾ, ਸਾਡੇ ਕੋਲ ਹੀ ਤਾਂ ਹੈ, ਜਦੋਂ ਜੀ ਕਰਿਆ ਆ ਜਾਇਆ ਕਰੀ ਮਿੰਟ ਵਿੱਚ ਦੀ। ਬੋਲਦੇ ਉਸਦੀਆਂ ਆਪਣੀਆਂ ਅੱਖਾਂ ਵੀ ਭਰ ਆਈਆਂ, ਕਿਉਂਕਿ ਇੱਕ ਬਾਪ ਦੁਨੀਆ ਦੇ ਸਾਰੇ ਦੁੱਖ ਹੱਸ ਕੇ ਸਹਿ ਲੈਂਦਾ, ਵੱਡੀ ਤੋਂ ਵੱਡੀ ਮੁਸੀਬਤ ਵੀ ਆਪਣੇ ਚਿਹਰੇ ਉੱਪਰ ਮਹਿਸੂਸ ਤੱਕ ਨਹੀਂ ਹੋਣ ਦਿੰਦਾ। ਪਰ ਧੀ ਦੀ ਵਿਦਾਈ ਵੇਲੇ ਉਹ ਆਪਣੇ ਜਜ਼ਬਾਤਾਂ ਨੂੰ ਰੋਕ ਨਹੀਂ ਪਾਉਂਦਾ। ਸਾਰੀ ਉਮਰ ਆਪਣੇ ਬੱਚਿਆਂ ਪ੍ਰਤੀ ਸਖਤੀ ਵਰਤਣ ਵਾਲਾ ਪਿਤਾ ਧੀ ਦੀ ਡੋਲੀ ਤੋਰਨ ਵੇਲੇ ਮੋਹ ਵਾਂਗ ਪਿਘਲ ਜਾਂਦਾ। ਉਸਦੀਆਂ ਭਾਵਨਾਵਾਂ ਪਾਣੀ ਵਾਂਗ ਵਹਿ ਤੁਰਦੀਆਂ ਗਈਆਂ, ਪਰੰਤੂ ਫਿਰ ਵੀ ਪਹਿਲਾਂ ਆਪਣੀ ਧੀ ਨੂੰ ਸੰਭਾਲਦਾ ਰਹਿੰਦਾ। ਬਾਰ-ਬਾਰ ਉਸਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ, ਕਦੇ ਆਪਣੇ ਗਲ ਨਾਲ ਲਾਉਂਦਾ ਤੇ ਕਦੇ ਪਿਆਰ ਨਾਲ ਲਾਡ ਲੜਾਉਂਦਾ ਗਾ। ਬਾਬਲ ਦੀਆਂ ਬਾਹਾਂ ਵਿੱਚ ਛੁੱਟ ਫਿਰ ਉਸਨੇ ਆਪਣੀ ਮਾਂ ਨੂੰ ਘੁੱਟ ਕੇ ਗਲਵੱਕੜੀ ਪਾ ਲਈ, ਜਿਵੇਂ ਉਸਦੇ ਅੰਦਰੋਂ ਚੀਕ ਕੇ ਆਵਾਜ਼ਾਂ ਆ ਰਹੀਆਂ ਹੋਣ, ਮਾਂ ਮੈਨੂੰ ਇੱਕ ਦਿਨ ਹੋਰ ਰੱਖ ਲੈ, ਮੈਨੂੰ ਜਾਣ ਤੋਂ ਰੋਕ ਲੈ ਮਾਂ। ਪਰ ਇਹ ਸਮਾਜ ਦੀਆਂ ਬਣੀਆਂ ਰੀਤਾਂ ਅੱਗੇ ਕਿਸ ਦਾ ਜ਼ੋਰ ਚੱਲਦਾ ਹੈ। ਛੁੱਟ ਜਾਂਦੀਆਂ ਨੇ ਬਾਬਲ ਦੀਆਂ ਗਲੀਆਂ, ਲੈ ਜਾਂਦੇ ਦੂਰ ਸੰਜੋਗ, ਫੁੱਲ ਬਣ ਕੇ ਜਦ ਖਿੜਨ ਕਲੀਆਂ, ਲੈ ਜਾਂਦੇ ਪਰਾਏ ਲੋਕ। ਇੱਕ ਪਲ ਵਿੱਚ ਰਣਦੀਪ ਵਿਆਹ ਕੇ ਇਸ ਘਰ ਤੋਂ ਦੂਜੇ ਘਰ ਚਲੀ ਗਈ, ਜਿੱਥੇ ਸਭ ਹੀ ਉਸ ਲਈ ਅਣਜਾਣ ਸਨ। ਉਸਦੇ ਦਿਲ ਵਿੱਚ ਅਨੇਕਾਂ ਹੀ ਖਿਆਲ ਆਉਂਦੇ ਨੇ, ਆਪਣੇ ਆਪ ਹੀ ਪਲ ਝਪਕਦਿਆਂ ਢਹਿ ਜਾਂਦੇ। ਰਣਦੀਪ ਦੀ ਡੋਲੀ ਜਿਵੇਂ ਹੀ ਸਹੁਰੇ ਘਰ ਪੁੱਜੀ, ਬੂਹੇ ਮੂਹਰੇ ਨਿੱਕੀਆਂ ਨਿੱਕੀਆਂ ਕਿੰਨੀਆਂ ਹੀ ਕੁੜੀਆਂ ਤੇ ਆਂਢ ਗੁਆਂਢ ਦੀਆਂ ਔਰਤਾਂ ਉਸਨੂੰ ਦੇਖਣ ਲਈ ਇਕੱਠੀਆਂ ਹੋਈਆਂ ਸਨ। ਮਲਕੀਤ ਵੀ ਨੂੰਹ ਉੱਪਰ ਦੀ ਪਾਣੀ ਵਾਰ ਲਈ ਥਾਲ ਵਿੱਚ ਸਮਾਨ ਸਜਾਈ ਖੜੀ ਹੋਈ ਸੀ। ਚਰਨੋਂ ਗੁੱਡੀ ਤੇ ਹੋਰ ਸਖੀਆਂ ਮਿਲ ਕੇ ਕੋਲ ਖੜੀਆਂ ਗੀਤ ਗਾ ਰਹੀਆਂ ਸਨ। ਮਲਕੀਤ ਚਿਹਰੇ ਉੱਪਰ ਝੂਠੀ ਮੁੱਠੀ ਮੁਸਕਾਨ ਲਈ ਪਾਣੀ ਵਾਰਨ ਲੱਗੀ। ਮਲਕੀਤ ਨੇ ਹਾਲੇ ਇੱਕ ਹੀ ਵਾਰ ਗੜਵੀ ਉਹਨਾਂ ਦੇ ਸਿਰ ਉੱਪਰ ਦੀ ਘੁਮਾਈ ਸੀ ਕਿ ਜਦ ਦੂਜੀ ਵਾਰ ਗੜਵੀ ਉਹਨਾਂ ਉੱਪਰ ਦੀ ਘੁਮਾ ਆਪਣੇ ਮੂੰਹ ਨੂੰ ਲਾਉਣ ਲੱਗੀ, ਅਚਾਨਕ ਰਾਜੂ ਨੇ ਜ਼ੋਰ ਦੀ ਛਿੱਕ ਮਾਰੀ ਤੇ ਉਸਦਾ ਹੱਥ ਗੜਵੀ 'ਤੇ ਜਾ ਟਿਕਿਆ, ਜਿਸ ਕਾਰਨ ਗੜਵੀ ਤਾੜਦੇ ਨੇ ਥੱਲੇ ਵੱਜੀ। ਖੜਕਾ ਸੁਣ ਰਣਦੀਪ ਇੱਕਦਮ ਤ੍ਰਬਕ ਕੇ ਉੱਠੀ। ਮਲਕੀਤ ਵੀ ਇੱਕਦਮ ਘਬਰਾ ਕੇ ਇੱਕ ਕਦਮ ਪਿਛਾਂਹ ਹੋ ਗਈ। ਆਸ-ਪਾਸ ਦੀਆਂ ਖੜੀਆਂ ਔਰਤਾਂ ਮੂੰਹ ਉੱਪਰ ਹੱਥ ਰੱਖਦੀ ਇੱਕ ਦੂਜੇ ਨੂੰ ਕਹਿਣ ਲੱਗੀਆਂ, ਹਾਏ ਨੀ, ਇਹ ਕੀ ਅਪਸ਼ਗਨ ਹੋ ਗਿਆ।
ਨੂੰਹ ਦੇ ਪੈਰ ਹਲੇ ਇਸ ਘਰ ਵਿੱਚ ਪਏ ਹੀ ਨਹੀਂ ਕਿ ਸੱਸ ਦੇ ਮੂੰਹੋਂ ਪਹਿਲਾਂ ਹੀ ਪਾਣੀ ਛੁੱਟ ਗਿਆ। ਅੱਗੇ ਪਤਾ ਨਹੀਂ ਕੀ ਕੁਝ ਹੋਊਗਾ। ਇਹ ਬੋਲ ਸੁਣ ਰਣਦੀਪ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ। ਮਲਕੀਤ ਦੇ ਮਨ ਵਿੱਚ ਬੁਰੇ ਖਿਆਲ ਆਉਣ ਲੱਗੇ। ਹਾਏ ਆਹ ਕੀ ਹੋ ਗਿਆ ਮੈਥੋਂ? ਮੈਨੂੰ ਤਾਂ ਪਹਿਲਾਂ ਹੀ ਕੁਝ ਠੀਕ ਨਹੀਂ ਲੱਗ ਰਿਹਾ ਸੀ ਤੇ ਹੁਣ ਆਹ ਹੋ ਗਿਆ। ਇਸ ਤੋਂ ਪਹਿਲਾਂ ਮਲਕੀਤ ਕੁਝ ਹੋਰ ਬੋਲਦੀ, ਰਾਜੂ ਨੇ ਗੱਲ ਸੰਭਾਲਦਿਆਂ, ਕੁਝ ਨਹੀਂ ਹੋਇਆ ਮੰਮੀ, ਸਭ ਠੀਕ ਹੈ। ਉਹ ਤਾਂ ਮੈਨੂੰ ਬਹੁਤ ਨੀਂਦ ਆ ਰਹੀ ਸੀ ਤਾਂ ਕਰਕੇ ਕੁਝ ਪਤਾ ਨਹੀਂ ਚੱਲਿਆ ਕਿਵੇਂ ਮੇਰਾ ਹੱਥ ਵੱਜਿਆ। ਪਹਿਲਾਂ ਕਹਿ ਗੜਵੀ ਚੁੱਕ ਦੁਬਾਰਾ। ਇੰਨਾ ਕਹਿ ਕੇ ਉਹ ਗੜਵੀ ਚੁੱਕ ਦੁਬਾਰਾ ਉਸਦੇ ਹੱਥਾਂ ਵਿੱਚ ਦੇ ਦਿੱਤੀ। ਮਲਕੀਤ, ਪਰ ਅਬਸ਼ਗਨ। ਰਾਜੂ, ਓਏ ਕੋਈ ਸ਼ਗਨ ਨਹੀਂ ਹੋਇਆ, ਸਭ ਠੀਕ ਹੈ। ਤੁਸੀਂ ਤਾਂ ਐਵੇਂ ਵਹਿਮਾਂ ਭਰਮਾਂ ਵਿੱਚ ਪਏ ਹੋ। ਚਲੋ ਆ ਜਾਓ, ਤੁਹਾਨੂੰ ਅੰਦਰ ਚੱਲ ਕੇ ਪਿਆ ਦੇਵਾਂਗਾ ਪਾਣੀ। ਰਾਜੂ ਨੇ ਗੱਲ ਹਾਸੀ ਮਖੌਲ ਵਿੱਚ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਮਲਕੀਤ ਦੇ ਦਿਲ ਦੀ ਬੇਚੈਨੀ ਹੋਰ ਵੀ ਵੱਧ ਗਈ। ਉਸ ਦਾ ਮੂੰਹ ਲਟਕ ਗਿਆ। ਇਹ ਸਭ ਦੇਖ ਕੇ ਸੁਰਜਣ ਬੋਲਿਆ, ਕੋਈ ਇਹਦੇ ਵੱਲ ਦੇਖ ਲਓ, ਵਿਚਾਰੀ ਨੂੰ ਕਦੋਂ ਦੀ ਖੜਾ ਰੱਖਿਆ ਗਾ ਤੁਸੀਂ। ਤੁਹਾਡੀਆਂ ਰਸਮਾਂ ਖਤਮ ਹੋ ਗਈਆਂ ਹੁਣ ਤਾਂ ਇਹਨੂੰ ਵੀ ਲੈ ਚਲੋ ਅੰਦਰ, ਵਿਚਾਰੀ ਨੂੰ ਰਾਣੀ ਥੱਕ ਗਈ ਹੋਣੀ ਹੈ। ਇੰਨਾ ਕਹਿੰਦੇ ਹੀ ਗੁੱਡੀ ਰਣਦੀਪ ਨੂੰ ਲੈ ਕੇ ਅੰਦਰ ਚਲੀ ਗਈ। ਰਣਦੀਪ ਨੂੰ ਲਿਜਾ ਅੰਦਰ ਬਿਠਾ ਦਿੱਤਾ ਗਿਆ। ਉਸਦੇ ਆਸੇ-ਪਾਸੇ ਛੋਟੀਆਂ-ਛੋਟੀਆਂ ਕੁੜੀਆਂ ਬੈਠੀਆਂ ਉਸ ਵੱਲ ਬੜੇ ਗੌਰ ਨਾਲ ਦੇਖ ਰਹੀਆਂ ਸਨ। ਉਹ ਕਦੇ ਰਣਦੀਪ ਵੱਲ ਦੇਖ ਹੱਸ ਪੈਂਦੀਆਂ, ਸ਼ਰਮਾ ਕੇ ਨੀਵੀਂ ਪਾ ਲੈਂਦੀਆਂ ਕਦੇ, ਤੇ ਉਸਦੇ ਚੂੜੇ ਨੂੰ ਹੱਥ ਲਾ ਕੇ ਦੇਖਣ ਲੱਗ ਜਾਂਦੀਆਂ। ਉਹਨਾਂ ਛੋਟੇ-ਛੋਟੇ ਬੱਚਿਆਂ ਤੋਂ ਇਲਾਵਾ ਉਸ ਕਮਰੇ ਵਿੱਚ ਹੋਰ ਕੋਈ ਨਹੀਂ ਸੀ। ਰਣਦੀਪ ਮਨ ਹੀ ਮਨ ਸੋਚ ਰਹੀ ਸੀ ਕਿ ਮੈਂ ਤਾਂ ਸੁਣਿਆ ਸੀ ਜਦ ਕੁੜੀ ਵਿਆਹ ਕੇ ਪਹਿਲੀ ਵਾਰ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਸੱਸ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਤੇ ਸਾਰੇ ਉਸਦੇ ਅੱਗੇ ਪਿੱਛੇ ਮੱਖੀਆਂ ਵਾਂਗ ਇਕੱਠੇ ਹੋ ਜਾਂਦੇ ਨੇ। ਖੂਬ ਹਾਸੀ ਮਖੌਲ ਹੁੰਦਾ, ਨੱਚਣਾ ਗਾਣਾ ਤੇ ਹੋਰ ਵੀ ਨਿੱਕੀਆਂ-ਨਿੱਕੀਆਂ ਕਿੰਨੀਆਂ ਹੀ ਰਸਮਾਂ ਹੁੰਦੀਆਂ, ਪਰ ਇੱਥੇ ਤਾਂ ਇਹੋ ਜਿਹਾ ਕੁਝ ਦਿਖਾਈ ਨਹੀਂ ਦੇ ਰਿਹਾ। ਇੰਨੀ ਸੁੰਨਸਾਨ ਜਿਹੀ ਕਿਉਂ ਮਹਿਸੂਸ ਹੋ ਰਹੀ ਹੈ ਮੈਨੂੰ? ਕੀ ਕਿਸੇ ਨੂੰ ਸ਼ਾਇਦ ਮੇਰੇ ਆਉਣ ਦੀ ਖੁਸ਼ੀ ਨਹੀਂ? ਜਾਂ ਰਣਦੀਪ ਹਾਲੇ ਆਪਣੇ ਖਿਆਲਾਂ ਨਾਲ ਜੂਝ ਰਹੀ ਸੀ ਕਿ ਇੰਨੇ ਨੂੰ ਬਾਹਰੋਂ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਆਇਆ ਅਤੇ ਉਸਦੀ ਬੁੱਕਲ ਵਿੱਚ ਆ ਕੇ ਬੈਠ ਗਿਆ। ਰਣਦੀਪ ਨੇ ਪਿਆਰ ਨਾਲ ਉਸਨੂੰ ਗੋਰੇ ਗੱਲਾਂ ਉੱਪਰ ਹੱਥ ਫੇਰਦਿਆਂ ਉਸਨੂੰ ਪਿਆਰ ਦਿੱਤਾ ਤੇ ਮੁਸਕਰਾ ਪਈ। ਚਾਚੀ ਮੈਂ ਦੀਪੂ। ਕੁਝ ਪੁੱਛੇ ਬਿਨਾਂ ਹੀ ਤੋਤਲੀ ਜਿਹੀ ਆਵਾਜ਼ ਵਿੱਚ ਆਪਣੇ ਆਪ ਨੂੰ ਆਪਣੇ ਬਾਰੇ ਦੱਸਣ ਲੱਗਿਆ। ਰਣਦੀਪ, ਕਿੰਨਾ ਪਿਆਰਾ ਬੱਚਾ ਹੈ, ਕਿਸਦਾ ਹੋ ਸਕਦਾ? ਤੇ ਮੈਨੂੰ ਚਾਚੀ ਕਿਉਂ ਕਹਿ ਰਿਹਾ? ਸ਼ਾਇਦ ਹੋ ਸਕਦਾ ਇਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਹੋਣਾ ਕੋਈ। ਚੱਲ ਕੋਈ ਬੱਚਾ ਹੀ ਸਹੀ, ਕਿਸੇ ਨੇ ਤਾਂ ਆਪਣੇਪਨ ਹੋਣ ਦਾ ਅਹਿਸਾਸ ਕਰਵਾਇਆ। ਨਹੀਂ, ਇੱਥੇ ਤਾਂ ਸਭ ਕੁਝ ਪਰਾਇਆ ਜਿਹਾ ਜਾਪ ਰਿਹਾ। ਆਪਣੇ ਮਨ ਵਿੱਚ ਸੋਚਦੀ ਹੋਈ ਬੋਲ ਰਹੀ ਸੀ। ਇੰਨੇ ਨੂੰ ਬਾਹਰੋਂ ਉੱਚੀ ਆਵਾਜ਼ਾਂ ਆਉਣ ਲੱਗੀਆਂ। ਆਵਾਜ਼ ਸੁਣ ਦੀਪੂ ਸਹਿਮ ਗਿਆ। ਓਹੋ, ਲੱਗਦਾ ਫਿਰ ਲੜਾਈ ਹੋ ਗਈ। ਲੜਾਈ ਦਾ ਨਾਮ ਸੁਣ ਕੇ ਹੀ ਰਣਦੀਪ ਡਰ ਗਈ। ਉਸਦੇ ਦਿਲ ਦੀਆਂ ਧੜਕਣਾਂ ਇੱਕਦਮ ਤੇਜ਼ ਹੋ ਗਈਆਂ। ਉਸਦੇ ਮਨ ਵਿੱਚ ਉਲਟੇ ਸਿੱਧੇ ਖਿਆਲ ਆਉਣ ਲੱਗੇ। ਬੇਚੈਨ ਮਨ ਨਾਲ ਉਹ ਆਸੇ-ਪਾਸੇ ਸੁੰਨਸਾਨ ਕੰਧਾਂ ਕੋਲਿਆਂ ਨੂੰ ਦੇਖਦੀ ਰਹੀ। ਥੋੜ੍ਹੀ ਸਮੇਂ ਬਾਅਦ ਗੁੱਡੀ ਅੰਦਰ ਆ ਗਈ। ਆਉਂਦਿਆਂ ਹੀ ਮੋਟੂ ਨੂੰ ਉਸਦੀ ਬੁੱਕਲ ਵਿੱਚੋਂ ਖੜਾ ਕਰਦਿਆਂ, ਜਾ ਪੁੱਤ ਬਾਹਰ ਜਾ ਕੇ ਖੇਡ, ਚਾਚੀ ਥੱਕ ਗਈ ਹੋਣੀ ਹੈ, ਇਹਨੂੰ ਆਰਾਮ ਕਰਨ ਦੇ। ਇਹ ਸੁਣ ਮੋਟੂ ਉੱਠ ਕੇ ਬਾਹਰ ਚਲਾ ਗਿਆ। ਅੰਦਰ ਵੀ ਬਾਹਰੋਂ ਆਉਂਦੀਆਂ ਆਵਾਜ਼ਾਂ ਉੱਚੀ ਸੁਣਾਈ ਦੇ ਰਹੀਆਂ ਸਨ। ਗੁੱਡੀ ਗੱਲ ਸੰਭਾਲਦਿਆਂ ਪਹਿਲਾਂ ਹੀ ਹੱਸ ਕੇ ਕਹਿਣ ਲੱਗੀ, ਵਿਆਹ ਸ਼ਾਦੀ ਵਿੱਚ ਛੋਟੀਆਂ-ਮੋਟੀਆਂ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ, ਤੂੰ ਫਿਕਰ ਨਾ ਕਰ। ਇੰਨਾ ਕਹਿ ਉਸਦੇ ਕੋਲੇ ਬਹਿ ਗਈ। ਇੰਨਾ ਭਾਰੀ ਲਹਿੰਗਾ ਸੰਭਾਲਿਆ ਨਹੀਂ ਜਾਂਦਾ ਹੋਊਗਾ, ਗਰਮੀ ਵੀ ਬਹੁਤ ਹੈ। ਤੂੰ ਐਂ ਕਰ, ਇਹਨੇ ਲਹਿੰਗਾ ਉਤਾਰ ਕੇ ਕੋਈ ਸੂਟ ਪਾ ਲਾ। ਤੂੰ ਰੁਕ, ਮੈਂ ਸੱਦਦੀਆਂ ਕੁੜੀਆਂ ਨੂੰ, ਤੇਰੀ ਮਦਦ ਕਰਨਗੀਆਂ। ਇੰਨਾ ਕਹਿ ਗੁੱਡੀ ਬਾਹਰ ਚਲੀ ਗਈ। ਅਸਲ ਵਿੱਚ ਨੂੰਹ ਦੇ ਘਰ ਆ ਜਾਣ ਮਗਰੋਂ ਤੇ ਪਾਣੀ ਵਾਰਨ ਵੇਲੇ ਹੋਏ ਅਪਸ਼ਗਨ ਨੂੰ ਲੈ ਕੇ ਚਰਨੋਂ ਗੱਲਾਂ ਵਿੱਚ ਮਲਕੀਤ ਨੂੰ ਫਿਰ ਛੇੜ ਬੈਠੀ, ਜਿਸ ਗੱਲ ਦਾ ਮਲਕੀਤ ਨੂੰ ਬੜਾ ਗੁੱਸਾ ਆਇਆ ਤੇ ਉਸਨੇ ਚਰਨੋਂ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ, ਜਿਸ ਕਰਕੇ ਚਰਨੋਂ ਨੇ ਮੂੰਹ ਮੋਟਾ ਕਰ ਲਿਆ ਤੇ ਦੋਨੋਂ ਵਿਚਲੇ ਫਿਰ ਬਹਿਸ ਹੋਣ ਲੱਗ ਪਈ। ਘਰ ਵਿੱਚ ਹੋਰ ਲੜਾਈ ਦਾ ਮਾਹੌਲ ਨਾ ਬਣੇ, ਇਸ ਲਈ ਡੀਜੇ ਡੂਜੇ ਸਭ ਬੰਦ ਕਰਵਾ ਦਿੱਤੇ। ਮੱਖਣ ਤੇ ਸੁਰਜਣ ਨੇ ਮਿਲ ਕੇ ਮਸਾਂ ਮਾਮਲਾ ਸ਼ਾਂਤ ਕਰਵਾਇਆ। ਗੁੱਡੀ ਮਲਕੀਤ ਨੂੰ ਪਾਸੇ ਲਿਜਾ ਸਮਝਾਉਂਦੀ ਹੋਈ ਬੋਲੀ, ਅੱਜ ਦੇ ਦਿਨ ਤਾਂ ਚੁੱਪ ਰਹਿ ਜਾਂਦੀਆਂ। ਉਹ ਅੰਦਰ ਬੈਠੀ ਕੀ ਸੋਚਦੀ ਹੋਣੀ ਹੈ ਵਿਚਾਰੀ? ਕੀ ਇਹਨਾਂ ਘਰੇ ਆਹ ਕੁਛ ਹੁੰਦਾ? ਥੋੜਾ ਮੋਟਾ ਤਾਂ ਸ਼ਰਮ ਲਿਹਾਜ਼ ਰੱਖੋ। ਉਹ ਤਾਂ ਚੱਲ ਜਿਹੋ ਜਿਹੀ ਹੈ ਸੋ ਹੈ, ਤੂੰ ਤਾਂ ਸਿਆਣੀ ਬਣ, ਤੈਨੂੰ ਮੁੰਡਿਆਂ ਦੇ ਸੁਭਾਅ ਦਾ ਪਤਾ ਹੀ ਹੈ। ਐਵੇਂ ਜੇ ਗੱਲ ਅੱਗੇ ਵਧ ਗਈ ਫਿਰ। ਗੁੱਡੀ ਦੇ ਕਹਿਣ ਤੇ ਮਲਕੀਤ ਨੇ ਚੁੱਪ ਵੱਟ ਲਈ। ਮਾਮਲਾ ਥੋੜਾ ਸ਼ਾਂਤ ਹੋਣ ਮਗਰੋਂ ਮਲਕੀਤ ਆਪਣੀ ਨੂੰਹ ਕੋਲੇ ਜਾ ਕੇ ਬੈਠ ਗਈ। ਥੋੜ੍ਹੀ ਦੇਰ ਮਗਰੋਂ ਰਾਜੂ ਦੇ ਦੋਸਤ ਕਹੇ ਫਿਰ ਗਾਣੇ ਚਲਾ ਲਏ ਤੇ ਨੱਚਣਾ ਸ਼ੁਰੂ ਕਰ ਦਿੱਤਾ। ਦਲੀਪ ਨੱਚਦਾ ਰਾਜੂ ਨੂੰ ਖਿੱਚ ਲਿਆਇਆ ਤੇ ਬੋਲਿਆ, ਓਏ ਉਹ ਗਾਣਾ ਲਵਾ ਯਾਰ, ਮੁੰਡਾ ਆਪਣੇ ਵਿਆਹ ਵਿੱਚ ਨੱਚਦਾ ਫਿਰੇ। ਇੰਨਾ ਕਹਿੰਦਿਆਂ ਗਾਣਾ ਚੱਲ ਪਿਆ। ਰਾਜੂ ਨਾ ਚਾਹੁੰਦਾ ਹੋਇਆ ਵੀ ਦੋਸਤਾਂ ਦੀ ਖੁਸ਼ੀ ਲਈ ਹੱਥ ਪੈਰ ਮਾਰਨ ਲੱਗ ਪਿਆ। ਇੰਨੇ ਨੂੰ ਗੁਆਂਢੀਆਂ ਦੀ ਇੱਕ ਔਰਤ ਜੋ ਰਿਸ਼ਤੇ ਵਿੱਚ ਰਾਜੂ ਦੀ ਭਾਬੀ ਲੱਗਦੀ ਸੀ, ਰਾਜੂ ਨੂੰ ਟਿੱਚਰਾਂ ਕਰਦੀ ਬੋਲੀ,
ਦੇਵਰ ਜੀ ਗੱਲ ਨਹੀਂ ਬਣੀ, ਜਾਂ ਤਾਂ ਉਹਨੂੰ ਵੀ ਲਓ ਹੱਥ ਫੜ ਕੇ ਜੋੜੀ ਨੱਚੋ, ਫਿਰ ਦੇਖੀ ਜੱਚਦੇ ਦੋਨੇ। ਇਹਨਾਂ ਸੁਣਦਿਆਂ ਹੀ ਸਾਰੇ ਜਾਣੇ ਉਸਨੂੰ ਕਹਿਣ ਲੱਗੇ, ਹਾਂ ਯਾਰ ਭਰਜਾਈ ਨੂੰ ਲਿਆ ਨਾ ਜਾ ਕੇ, ਅਸੀਂ ਵੀ ਦੇਖ ਲਈਏ ਭਰਜਾਈ ਕਿੱਦਾਂ ਨੱਚਦੀ ਆ, ਕਹਿ ਕੇ ਹੱਸਣ ਲੱਗੇ। ਇਹ ਸੁਣ ਰਾਜੂ ਨੱਚਦਾ ਨੱਚਦਾ ਰੁਕ ਗਿਆ। ਉਸਦੇ ਮਨ ਵਿੱਚ ਇੱਕ ਬੇਚੈਨੀ ਜਿਹੀ ਛਾ ਗਈ। ਉਸਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਨਾਲ ਕੀ ਹੋ ਰਿਹਾ। ਉਸਦਾ ਦਿਲ ਕੁਛ ਹੋਰ ਕਹਿ ਰਿਹਾ ਸੀ ਤੇ ਮਨ ਕੁਛ ਹੋਰ ਕਹਿ ਰਿਹਾ ਸੀ। ਖੁਸ਼ ਹੋਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸਦਾ ਦਿਲ ਉਸਨੂੰ ਮਨਜ਼ੂਰੀ ਨਹੀਂ ਦੇ ਰਿਹਾ ਸੀ। ਜਿਵੇਂ ਉਸਦੇ ਦਿਲ ਅੰਦਰ ਵਿਆਹ ਦਾ ਕੋਈ ਚਾਅ ਹੀ ਨਾ ਹੋਵੇ। ਪਰੰਤੂ ਫਿਰ ਵੀ ਸਭ ਦੇ ਕਹਿਣ 'ਤੇ ਉਹ ਅੰਦਰ ਜਾ ਰਣਦੀਪ ਨੂੰ ਲੈਣ ਲਈ ਚਲਾ ਗਿਆ। ਪੈਰਾਂ ਵਿੱਚ ਝਾਂਜਰ ਛਣਕੇ, ਹੱਥੀਂ ਚੂੜਾ ਪਾਇਆ, ਤਿੱਖਾ ਨੱਕ, ਸਰਬਤੀ ਅੱਖੀਆਂ ਵਿੱਚ ਕਾਲਾ ਕੱਜਲ ਪਾਇਆ, ਚੰਨ ਵਰਗਾ ਉਹਦਾ ਸੋਹਣਾ ਮੁਖੜਾ ਪਹਿਲਾਂ ਵੇਖ ਰਾਜੂ ਸ਼ਰਮਾਇਆ। ਨੀ ਫੇਰ ਅੰਦਰ ਜਾ ਉਹਦਾ ਹੱਥ ਕਿ ਉਹਨੂੰ ਆਪ ਜਾ ਕੇ ਲਿਆਇਆ। ਹੌਲੀ ਹੌਲੀ ਜਦ ਨੱਚੇ ਸ਼ੌਕੀਨਣ, ਵੇਖ ਹੋਸ਼ ਗਵਾਇਆ। ਨੀ ਅੱਜ ਦਿਨ ਖੁਸ਼ੀਆਂ ਦਾ ਬੜੇ ਚਿਰਾਂ ਤੋਂ ਆਇਆ, ਨੀ ਅੱਜ ਦਿਨ ਖੁਸ਼ੀਆਂ ਦਾ ਬੜੇ ਚਿਰਾਂ ਤੋਂ ਆਇਆ। ਰਾਜੂ ਨੂੰ ਰਣਦੀਪ ਦਾ ਹੱਥ ਫੜੀ ਆਉਂਦਿਆਂ ਦੇਖ ਉਸਦੀ ਭਾਬੀ ਨੇ ਉਸਨੂੰ ਛੇੜਦਿਆਂ ਬੋਲੀ ਪਾਈ। ਆਸੇ ਪਾਸੇ ਖੜੇ ਸਾਰਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੰਨੇ ਨੂੰ ਨਾਲ ਹੀ ਇੱਕ ਰੋਮਾਂਟਿਕ ਗੀਤ ਚੱਲ ਪਿਆ। ਸਾਰੇ ਉਹਨਾਂ ਦੇ ਆਲੇ ਦੁਆਲੇ ਖੜੇ ਸਨ। ਰਣਦੀਪ ਦੇ ਚਿਹਰੇ ਉੱਪਰ ਗਹਿਰੀ ਲਾਲੀ ਛਾ ਗਈ। ਉਹਨੇ ਤਾਂ ਸ਼ਰਮਾ ਕੇ ਨੀਵੀਂ ਹੀ ਪਾ ਲਈ। ਸੂਟ ਸਲਵਾਰ ਵਿੱਚ ਤਾਂ ਰਣਦੀਪ ਹੋਰ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ। ਉਸਦੀ ਸੂਰਤ ਉੱਪਰੋਂ ਕਿਸੇ ਦੀ ਨਜ਼ਰ ਹੀ ਨਹੀਂ ਸੀ ਹਟ ਰਹੀ। ਉਸਦੇ ਹਸੂ ਹਸੂ ਕਰਦੇ ਚਿਹਰੇ ਨੇ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ। ਉਸਨੂੰ ਦੇਖ ਕੇ ਇੱਕ ਪਲ ਲਈ ਤਾਂ ਦਲੀਪ ਨੂੰ ਵੀ ਇਹ ਸੋਚ ਜਲਸ ਹੋਣ ਲੱਗੀ ਸੀ, ਕਾਸ਼ ਇਹ ਰੱਬ ਦਿੱਤੀ ਸੁਗਾਤ ਨੂੰ ਮੈਂ ਨਾ ਠੁਕਰਾਇਆ ਹੁੰਦਾ ਤਾਂ ਇਹ ਨਗੀਨਾ ਅੱਜ ਮੇਰੇ ਘਰ ਆਉਣਾ ਸੀ। ਫਿਰ ਆਪਣੇ ਆਪ ਹੀ ਆਪਣੇ ਸੋਚਾਂ ਦੀ ਲੜੀ ਨੂੰ ਤੋੜਦਾ ਹੋਇਆ ਅੱਗੇ ਵੱਧਦਾ ਹੈ। ਇੱਕ ਹੱਥ ਨਾਲ ਰਾਜੂ ਦਾ ਤੇ ਦੂਜੇ ਹੱਥ ਨਾਲ ਰਣਦੀਪ ਦਾ ਹੱਥ ਫੜ ਉਹਨਾਂ ਨੂੰ ਨਚਾਉਣ ਲੱਗਦਾ ਹੈ। ਰਾਜੂ ਹੱਸਦਾ ਹੋਇਆ ਹੱਥ ਪੈਰ ਮਾਰਨ ਲੱਗ ਪੈਂਦਾ। ਰਣਦੀਪ ਵੀ ਹੌਲੀ ਹੌਲੀ ਜਿਹੇ ਪੱਬ ਪੁੱਟਦੀ ਸ਼ਰਮਾ ਜਾਂਦੀ ਹੈ। ਇੱਕ ਇੱਕ ਕਰਕੇ ਸਭੇ ਵਾਰੋ ਵਾਰੀ ਉਹਨਾਂ ਉੱਪਰ ਦੇ ਪੈਸੇ ਵਾਰ ਸੁੱਟਦੇ ਨੇ, ਕਦੇ ਨੱਚਣ ਲੱਗ ਜਾਂਦੇ ਨੇ। ਥੋੜ੍ਹਾ ਜਿਹਾ ਚਿਰ ਸਭ ਦੀ ਖੁਸ਼ੀ ਵਿੱਚ ਸ਼ਾਮਲ ਹੋ ਰਾਜੂ ਹੱਥ ਛੱਡ ਫੋਨ ਕੰਨ ਨਾਲ ਲਾ ਬਾਹਰ ਚਲਾ ਗਿਆ। ਰਣਦੀਪ ਨੂੰ ਵੀ ਉਸਦੇ ਕਮਰੇ ਵਿੱਚ ਲਿਜਾ ਕੇ ਬਿਠਾ ਦਿੱਤਾ ਗਿਆ। ਨੱਚਣ ਕੁੱਦਣ ਮਗਰੋਂ ਥੱਕ ਹਾਰ ਆਂਢ ਗੁਆਂਢ ਦੇ ਲੋਕ ਆਪੋ ਆਪਣੇ ਘਰੇ ਚਲੇ ਗਏ। ਕਾਫੀ ਰਿਸ਼ਤੇਦਾਰ ਪਹਿਲਾਂ ਹੀ ਆਪੋ ਆਪਣੇ ਘਰੇ ਚਲੇ ਗਏ ਸਨ ਤੇ ਥੋੜ੍ਹੇ ਮੋਟੇ ਰਹਿੰਦੇ ਵੀ ਆਪੋ ਆਪਣੇ ਟਿਕਾਣਿਆਂ ਸਿਰ ਲੱਗ ਪਹਿਲਾਂ ਹੀ ਮੰਜਾ ਮੱਲ ਲਿਆ। ਕਾਫੀ ਦੇਰ ਰਾਤ ਹੋ ਚੁੱਕੀ ਸੀ। ਰਣਦੀਪ ਆਪਣੇ ਸਜਾਏ ਕਮਰੇ ਵਿੱਚ ਦੁਲਹਨ ਬਣੀ ਬੈਠੀ ਹੋਈ ਸੀਗੀ। ਕਾਫੀ ਦੇਰ ਤੱਕ ਉਹ ਰਾਜੂ ਦਾ ਇੰਤਜ਼ਾਰ ਕਰਦੀ ਰਹੀ। ਸਾਰੇ ਦਿਨ ਦੇ ਥੱਕ ਹਾਰ ਜਾਣ ਪਿੱਛੋਂ ਉਸਦੀਆਂ ਅੱਖਾਂ ਵਿੱਚ ਨੀਂਦਰ ਰੜਕ ਰਹੀ ਸੀ। ਉਸਨੂੰ ਬਾਰ-ਬਾਰ ਨੀਂਦ ਦੇ ਟੋਲੇ ਆ ਰਹੇ ਸਨ, ਜਿਸ ਕਰਕੇ ਇੰਤਜ਼ਾਰ ਕਰਦੇ ਕਰਦੇ ਉਸਨੂੰ ਪਤਾ ਹੀ ਨਾ ਲੱਗਾ ਕਦ ਉਸਦੀ ਅੱਖ ਲੱਗ ਗਈ। ਸਵੇਰ ਦੀ ਪਹਿਲੀ ਕਿਰਨ ਨਾਲ ਜਿਵੇਂ ਉਸਦੀ ਅੱਖ ਖੁੱਲ੍ਹੀ ਤਾਂ ਉਸਨੇ ਆਪਣੇ ਆਪ ਨੂੰ ਕਮਰੇ ਵਿੱਚ ਇਕੱਲਿਆਂ ਪਾਇਆ। ਅੱਜ ਮੈਨੂੰ ਮੰਮਾ ਜਗਾਉਣ ਕਿਉਂ ਨਹੀਂ ਆਏ, ਨੀਂਦਰਾਂ ਵਿੱਚ ਹੀ ਸੋਚਣ ਲੱਗੀ। ਫਿਰ ਜਿਵੇਂ ਹੀ ਉਸਨੇ ਆਪਣਾ ਹੋਸ਼ ਸੰਭਾਲਿਆ, ਉਹ ਇੱਕੋ ਦਮ ਤਰਬੰਗ ਕੇ ਉੱਠੀ। ਮੈਂ ਕਿੱਥੇ ਹਾਂ? ਬੜੀ ਹੈਰਾਨੀ ਨਾਲ ਆਸੇ ਪਾਸੇ ਝਾਕਦੀ ਹੋਈ ਆਪਣੇ ਆਪ ਨੂੰ ਪੁੱਛਣ ਲੱਗੀ। ਫਿਰ ਆਪਣੇ ਹੱਥਾਂ ਵਿੱਚ ਪਾਏ ਲਾਲ ਚੂੜੇ ਨੂੰ ਦੇਖ ਚੌਂਕ ਗਈ। ਮੇਰਾ ਸੱਚੀ ਵਿਆਹ ਹੋ ਗਿਆ? ਕਦੇ ਕੋਈ ਸੁਪਨਾ ਤਾਂ ਨਹੀਂ? ਬੈੱਡ ਕੋਲੇ ਪਈ ਅਲਾਰਮ ਘੜੀ ਵੱਲ ਦੇਖਦੇ, ਹਾਏ 7 ਵੱਜ ਗਏ ਤੇ ਮੈਂ ਹੁਣ ਉੱਠੀ ਹਾਂ ਸੋਚਦੀ ਹੋਈ ਝੱਟ ਖੜੀ ਹੋ ਗਈ। ਜਿਵੇਂ ਉਹ ਬੈੱਡ ਉੱਪਰੋਂ ਉੱਠੀ ਤਾਂ ਉਸਨੇ ਦੇਖਿਆ ਰਾਜੂ ਸੋਫੇ ਉੱਪਰ ਬੜੀ ਆਰਾਮ ਨਾਲ ਗੂੜ੍ਹੀ ਨੀਂਦਰੇ ਗੁਆਚਿਆ ਹੋਇਆ ਸੀ। ਉਸਨੂੰ ਇੰਝ ਸੋਫੇ 'ਤੇ ਲੇਟੇ ਦੇਖ ਰਣਦੀਪ ਸੋਚਣ ਲੱਗੀ, ਇਹ ਕਦੋਂ ਆਏ? ਇਹ ਕੁਛ ਬੋਲੇ ਹੀ ਨਹੀਂ। ਰਣਦੀਪ ਹਲੇ ਸਵਾਲਾਂ ਦੀ ਪਹਿਲੀ ਬੁਝਾ ਹੀ ਰਹੀ ਸੀ ਕਿ ਇੰਨੇ ਰਾਜੂ ਦੀ ਅੱਖ ਖੁੱਲ੍ਹ ਗਈ। ਸਵੇਰੇ ਸਵੇਰੇ ਉਸਨੇ ਪਹਿਲਾਂ ਰਣਦੀਪ ਦਾ ਚਿਹਰਾ ਤੱਕਿਆ। ਰਣਦੀਪ ਨੂੰ ਇਸ ਤਰ੍ਹਾਂ ਆਪਣੇ ਵੱਲ ਘੂਰਦਿਆਂ ਦੇਖ ਉਹ ਬਿਨਾਂ ਕੁਝ ਬੋਲੇ ਹੀ ਉੱਠ ਕੇ ਬਾਹਰ ਚਲਾ ਗਿਆ। ਇਹ ਦੇਖ ਰਣਦੀਪ ਨੂੰ ਥੋੜ੍ਹਾ ਅਜੀਬ ਲੱਗਿਆ। ਇੰਨੇ ਨੂੰ ਗੁੱਡੀ ਉਸ ਕੋਲੇ ਆਉਂਦਿਆਂ ਬੋਲੀ, ਉੱਠ ਗਈ ਪੁੱਤ? ਚੱਲ ਐਂ ਕਰ ਜਲਦੀ ਜੇ ਨਹਾ ਕੇ ਤਿਆਰ ਹੋ ਜਾ, ਅੱਜ ਤੇਰੀ ਮੂੰਹ ਦਿਖਾਈ ਦੀ ਰਸਮ ਹੈ। ਗੁੱਡੀ ਦੇ ਕਹਿੰਦਿਆਂ ਹੀ ਰਣਦੀਪ ਨਹਾ ਧੋ ਕੇ ਤਿਆਰ ਹੋ ਗਈ। ਥੋੜ੍ਹੇ ਸਮੇਂ ਬਾਅਦ ਰਣਦੀਪ ਦੀ ਮੂੰਹ ਦਿਖਾਈ ਦੀ ਰਸਮ ਸ਼ੁਰੂ ਹੋ ਗਈ। ਇਹ ਰਸਮ ਆਸ ਪਾਸ ਦੀਆਂ ਔਰਤਾਂ ਵੀ ਸ਼ਾਮਲ ਹੋਈਆਂ। ਇੱਕ ਇੱਕ ਕਰਕੇ ਸਭ ਰਣਦੀਪ ਨੂੰ ਸ਼ਗਨ ਦੇ ਕੇ ਚਲੀਆਂ ਗਈਆਂ। ਵਿਆਹ ਹੋ ਜਾਣ ਮਗਰੋਂ ਇਕੱਲੀ ਗੁੱਡੀ ਨੂੰ ਛੱਡ ਬਾਕੀ ਸਭ ਰਿਸ਼ਤੇਦਾਰ ਆਪੋ ਆਪਣੇ ਘਰ ਚਲੇ ਗਏ। ਸੁੱਖੀ ਸਾਂਦੀ ਰਾਜੂ ਦਾ ਵਿਆਹ ਨੇਪਰੇ ਚੜ੍ਹ ਗਿਆ। ਸਭ ਕਾਸੇ ਦਾ ਟਿਕਟਿਕਾ ਹੋ ਜਾਣ ਮਗਰੋਂ ਇੱਕ ਲੇਡੀ ਜਿਸਦੇ ਗੁਲਾਬੀ ਰੰਗ ਦਾ ਸੂਟ ਪਹਿਨਿਆ ਹੋਇਆ ਸੀ ਤੇ ਉਸਦੇ ਨਾਲ ਪੈਂਟ ਸ਼ਰਟ ਤੇ ਪੂਰੇ ਬੂਟ ਕਸੀ ਇੱਕ ਆਦਮੀ ਉਹਨਾਂ ਦੇ ਘਰ ਆਏ। ਉਹਨਾਂ ਨੂੰ ਆਉਂਦਿਆਂ ਦੇਖ ਗੁੱਡੀ ਮਲਕੀਤ ਨੂੰ ਪੁੱਛਣ ਲੱਗੀ, ਭਾਬੀ ਆ ਕੌਣ ਆ ਰਹੇ ਨੇ? ਮਲਕੀਤ, ਕਿੱਥੇ ਕੌਣ? ਮਲਕੀਤ ਮੰਜੇ ਤੋਂ ਉੱਠਦਿਆਂ ਬੂਹੇ ਵੱਲ ਝਾਕਦੀ ਬੋਲੀ,
ਮੈਂ ਤਾਂ ਆਪ ਪਛਾਣਿਆ ਹੀ ਨਹੀਂ, ਕੌਣ ਹੈ ਇਹ? ਕੋਈ ਵੱਡੇ ਅਫਸਰ ਲੱਗਦੇ ਆ ਦੇਖਣ 'ਚ ਤਾਂ, ਆਪਣੇ ਘਰ ਇਹਨਾਂ ਕੀ ਆਉਣਾ, ਲੈਣ ਆਉਣਾ ਇਹਨਾਂ ਨੇ ਗੁੱਡੀ। ਫਿਰ ਸ਼ਾਇਦ ਕੋਈ ਰਾਹ ਭੁੱਲ ਗਿਆ ਹੋਣਾ ਮਲਕੀਤ, ਹਾਂ ਮੈਨੂੰ ਵੀ ਜ਼ਿਆਦਾ ਹੀ ਲੱਗਦਾ। ਦੋਨੋਂ ਆਪਸ ਵਿੱਚ ਵਿਚਾਰ ਵਟਾਂਦਰਾ ਹੀ ਕਰ ਰਹੀਆਂ ਸਨ, ਇੰਨੇ ਨੂੰ ਉਸ ਲੇਡੀ ਕੋਲੇ ਆਉਂਦਿਆਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਇਹ ਸੁਣ ਮਲਕੀਤ, ਸਤਿ ਸ੍ਰੀ ਅਕਾਲ, ਪਰ ਮਾਫ਼ ਕਰਨਾ ਅਸੀਂ ਤੁਹਾਨੂੰ ਪਛਾਣਿਆ ਨਹੀਂ ਜੀ, ਤੁਸੀਂ ਕੌਣ ਹੋ? ਰਾਜੂ ਤੁਹਾਡਾ ਬੇਟਾ ਹੈ? ਮਲਕੀਤ, ਹਾਂਜੀ ਜੀ, ਮੇਰਾ ਨਾਮ ਡਾਕਟਰ ਸੰਦੀਪ ਕੌਰ ਬਰਾੜ ਹੈ, ਅਸੀਂ ਗੁਰੂ ਗੋਬਿੰਦ ਕਾਲਜ ਤੋਂ ਆਏ ਹਾਂ, ਮੈਂ ਰਾਜੂ ਦੀ ਟੀਚਰ, ਤੇ ਇਹ ਹਨ ਮੇਰੇ ਹਸਬੈਂਡ ਦਵਿੰਦਰ ਬਰਾੜ। ਮਲਕੀਤ, ਉਹ ਅੱਛਾ ਜੀ, ਹਾਂਜੀ ਆ ਜਾਓ ਅੰਦਰ, ਲੰਘ ਆਓ, ਮੁਸਕਰਾਉਂਦੀ ਹੋਈ ਬੋਲੀ ਗੁੱਡੀ ਮਲਕੀਤ ਨੂੰ ਇਸ਼ਾਰੇ ਕਰਦੇ ਹੋਏ। ਕੌਣ ਨੇ? ਮਲਕੀਤ, ਆਪਣੇ ਰਾਜੂ ਦੇ ਕਾਲਜ 'ਚੋਂ, ਉਹਨਾਂ ਦੇ ਟੀਚਰ ਨੇ, ਕੋਈ ਕੰਮ ਆਏ ਹੋਣੇ ਆ, ਤੁਸੀਂ ਇਹਨਾਂ ਨੂੰ ਰਾਜੂ ਵਾਲੇ ਕਮਰੇ ਵਿੱਚ ਲੈ ਚੱਲੋ, ਮੈਂ ਇੰਨੇ ਚਾਹ ਧਰ ਆਵਾਂ, ਹੌਲੇ ਜਿਹੇ ਬੋਲੀ ਗੁੱਡੀ। ਨਹੀਂ ਨਹੀਂ ਭਾਬੀ, ਤੂੰ ਬੈਠ ਇਹਨਾਂ ਕੋਲੇ, ਚਾਹ ਮੈਂ ਧਰ ਦਿੰਨੀ ਹਾਂ। ਮਲਕੀਤ, ਚੱਲ ਠੀਕ ਹੈ। ਇੰਨਾ ਕਿ ਮਲਕੀਤ ਉਹਨਾਂ ਨੂੰ ਰਾਜੂ ਦੇ ਕਮਰੇ ਵਿੱਚ ਲੈ ਕੇ ਚਲੀ ਗਈ। ਰਣਦੀਪ ਅੰਦਰ ਆਪਣੇ ਕਮਰੇ ਵਿੱਚ ਬੈੱਡ ਉੱਪਰ ਇਕੱਲੀ ਬੈਠੀ ਆਪਣੇ ਮਾਪਿਆਂ ਨਾਲ ਬਿਤਾਈਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਸੀ। ਜ਼ਿੰਦਗੀ ਦੇ ਕੁਝ ਹਸੀਨ ਪਲਾਂ ਨੂੰ ਯਾਦ ਕਰ ਉਸਦੀਆਂ ਅੱਖਾਂ ਭਰ ਆਈਆਂ। ਜਿਵੇਂ ਮਲਕੀਤ ਉਹਨਾਂ ਨੂੰ ਲੈ ਅੰਦਰ ਆਈ, ਰਣਦੀਪ ਝੱਟ ਆਪਣੀਆਂ ਅੱਖਾਂ ਸਾਫ਼ ਕਰਦੀ ਹੋਈ ਸਿਰ ਉੱਪਰ ਚੁੰਨੀ ਲੈ ਖੜੀ ਹੋ ਗਈ ਤੇ ਉਹਨਾਂ ਦੇ ਪੈਰੀਂ ਹੱਥ ਲਾਏ। ਰਣਦੀਪ ਨੂੰ ਦੇਖਦਿਆਂ ਸਾਰ ਹੀ ਲੱਗਦਾ ਇਹੀ ਹੈ ਰਾਜੂ ਦੀ ਪਸੰਦ, ਕਿਉਂ ਠੀਕ ਹੈ ਨਾ ਮੈਂ? ਰਣਦੀਪ ਦੇ ਸਿਰ ਉੱਪਰ ਹੱਥ ਰੱਖਦਿਆਂ ਬੋਲੀ ਮਲਕੀਤ। ਹਾਂਜੀ ਬਿਲਕੁਲ ਠੀਕ ਪਹਿਚਾਨਿਆ, ਹਜੇ ਕੱਲ੍ਹ ਹੀ ਵਿਆਹ ਕੇ ਆਈ ਹੈ ਡਾਕਟਰ ਸੰਦੀਪ ਬਰਾੜ। ਹਾਂਜੀ ਹਾਂਜੀ ਪਤਾ ਸਾਨੂੰ ਵਿਆਹ ਦਾ, ਤਾਂ ਇਸੇ ਲਈ ਆਏ ਹਾਂ ਇੰਨੀ ਦੂਰੋਂ ਚੱਲ ਕੇ। ਰਾਜੂ ਤਾਂ ਸਾਨੂੰ ਸ਼ਗਨ ਪੈਣ ਸਾਰ ਹੀ ਲੱਗ ਗਿਆ ਸੀਗਾ ਕਹਿਣ ਕਿ ਮੈਮ ਤੁਸੀਂ ਮੇਰੇ ਵਿਆਹ 'ਚ ਜ਼ਰੂਰ ਆਉਣਾ, ਫੋਨ ਵੀ ਲਾਇਆ ਵਿਚਾਰੇ 2-3 ਵਾਰੀ, ਪਰ ਸਾਥੋਂ ਨਹੀਂ ਆ ਪਹੁੰਚਿਆ ਗਿਆ। ਫਿਰ ਸੋਚਿਆ ਚੱਲ ਵਿਆਹ ਤੋਂ ਮਗਰੋਂ ਫਿਰ ਜਾ ਆਵਾਂਗੇ ਕਦੇ ਸਪੈਸ਼ਲ, ਤੇ ਅੱਜ ਇਹ ਫ੍ਰੀ ਸੀ ਤੇ ਮੈਂ ਵੀ। ਫਿਰ ਸੋਚਿਆ ਚੱਲ ਫੇਰ ਦੀ ਫੇਰ ਹੀ ਰਹਿ ਜਾਂਦੀ, ਅੱਜ ਹੀ ਚੱਲਦੇ ਆ, ਨਾਲੇ ਮੁੰਡੇ ਦੇ ਕਹੇ ਦਾ ਮਾਣ ਰਹਿ ਜੂ। ਮਲਕੀਤ, ਸਾਨੂੰ ਵੀ ਬਹੁਤ ਖੁਸ਼ੀ ਹੈ ਤੁਸੀਂ ਆਏ, ਨਾਲੇ ਸਾਡਾ ਮਨ ਵਧਾਇਆ। ਗੱਲਾਂ ਕਰਦੇ ਕਰਦੇ ਤਿੰਨੋਂ ਬੈੱਡ ਉੱਪਰ ਬੈਠ ਗਏ। ਦਵਿੰਦਰ ਬਰਾੜ ਮੁੰਡਾ ਨਹੀਂ ਦਿਖਾਈ ਦੇ ਰਿਹਾ ਕਿਤੇ? ਆਸੇ ਪਾਸੇ ਦੇਖਦਿਆਂ ਬੋਲਿਆ। ਮਲਕੀਤ, ਬਸ ਜੀ ਆਉਂਦਾ ਹੋਣਾਗਾ, ਆਪਦੇ ਡੈਡੀ ਨਾਲ ਗਿਆ ਕੁਝ ਸਮਾਨ ਜਿਹਾ ਛੱਡਣ। ਕਹਿੰਦੇ ਕਹਿੰਦੇ ਉਸਦੀ ਨਜ਼ਰ ਕੋਲ ਖੜੀ ਰਣਦੀਪ 'ਤੇ ਪਈ। ਉਹ ਇਹ ਸੋਚਦੀ ਹੋਈ ਹੁਣ ਇਹ ਇਸ ਬਾਰੇ ਨਾ ਕੁਛ ਬੈਠ ਜਾਣ ਤੇ ਇਹ ਫਿਰ ਨਾ ਮੁੰਡੇ ਦੀ ਬੇਇੱਜ਼ਤੀ ਕਰਵਾ ਦਵੇ, ਇਸ ਲਈ ਉਸਨੇ ਪਹਿਲਾਂ ਹੀ ਮੌਕਾ ਵਿਚਾਰਦਿਆਂ, ਰਣਦੀਪ ਪੁੱਤ ਤੇਰੀ ਭੂਆ ਸੱਸ ਉੱਥੇ ਰਸੋਈ ਵਿੱਚ ਚਾਹ ਬਣਾਉਂਦੀ ਹੈ, ਤੂੰ ਜਾ ਪੁੱਤ ਉਹਦੀ ਥੋੜ੍ਹੀ ਮਦਦ ਕਰ ਦੇ। ਰਣਦੀਪ ਹਾਂ ਵਿੱਚ ਸਿਰ ਹਿਲਾਉਂਦੀ ਹੋਈ ਰਸੋਈ ਵਿੱਚ ਚਲੀ ਗਈ। ਚਾਹ ਦਾ ਹਲੇ ਉਬਾਲਾ ਹੀ ਆਉਣਾ ਸ਼ੁਰੂ ਹੋਇਆ ਸੀ ਕਿ ਰਣਦੀਪ ਰਸੋਈ ਵਿੱਚ ਗੁੱਡੀ ਕੋਲੇ ਜਾ ਖਲੋ ਗਈ। ਉਸਨੂੰ ਦੇ ਗੁੱਡੀ ਬੋਲੀ, ਲਓ ਬਣ ਗਈ ਚਾਹ, ਲਿਆ ਆਹ ਕੱਪ ਕਰ ਮੇਰੇ ਕੰਨੀ, ਮੈਂ ਚਾਹ ਪਾ ਦਿੰਨੀ ਆ, ਤੂੰ ਐਂ ਕਰੀ ਪੁੱਤ ਚਾਹ ਫੜਾ ਆਈ ਉਹਨਾਂ ਨੂੰ, ਠੀਕ ਹੈ? ਰਣਦੀਪ ਨੇ ਹਾਂ ਵਿੱਚ ਸਿਰ ਹਿਲਾਇਆ। ਗੁੱਡੀ ਹਲੇ ਚਾਹ ਹੀ ਪਾ ਕੇ ਰਹੀ ਸੀ ਕਿ ਇੰਨੇ ਨੂੰ ਬਾਹਰੋਂ ਆਵਾਜ਼ ਆਈ, ਨੀ ਮਲਕੀਤ ਕੁਰੇ ਘਰੇ ਹੀ ਆ? ਇੰਨੇ ਨੂੰ ਬਾਹਰੋਂ ਆਵਾਜ਼ ਆਈ, ਨੀ ਭੈਣੇ ਘਰੇ ਹੀ ਆ? ਉਹਨੇ ਵੀ ਹੁਣੇ ਹੀ ਆਉਣਾ ਸੀ, ਐਵੇਂ ਨਾ ਹੁਣ ਇਹ ਇਹਨਾਂ ਅੱਗੇ ਵੀ ਭਾਂਡਾ ਭੰਨ ਜੇ। ਮਲਕੀਤ ਹਲੇ ਮਨ ਵਿੱਚ ਸੋਚ ਰਹੀ ਸੀ, ਇਹਨਾਂ ਨੂੰ ਬਸੰਤੀ ਵਾਜਾਂ ਮਾਰਦੀ ਹੋਈ ਅੰਦਰ ਆ ਗਈ। ਅੰਦਰ ਬੈਠੇ ਮਹਿਮਾਨਾਂ ਨੂੰ ਦੇਖ ਬਸੰਤੀ ਨੇ ਹੱਥ ਵਿੱਚ ਫੜੀ ਕਟੋਰੀ ਨੂੰ ਚੁੰਨੀ ਦੇ ਲੜ ਹੇਠ ਲੁਕਾਇਆ, ਉਹਨਾਂ ਨੂੰ ਨਮਸਕਾਰ ਬੁਲਾਈ ਤੇ ਝੱਟ ਮਲਕੀਤ ਦੇ ਬਗਲ ਵਿੱਚ ਜਾ ਬੈਠੀ। ਕੌਣ ਨੇ? ਹੁੰਜ ਮਾਰਦਿਆਂ ਪੁੱਛਿਆ। ਜਿਨ੍ਹਾਂ ਨੂੰ ਮਲਕੀਤ ਕੁਛ ਬੋਲਦੀ ਇੰਨੇ ਨੂੰ ਰਾਜੂ ਹੱਥ ਮਲਦਾ ਹੋਇਆ ਅੰਦਰ ਆ ਗਿਆ। ਸਤਿ ਸ੍ਰੀ ਅਕਾਲ ਮੈਡਮ ਜੀ, ਇੰਨਾ ਕਹਿ ਕੇ ਦੋਨਾਂ ਦੇ ਪੈਰੀਂ ਹੱਥ ਲਾਏ। ਸੰਦੀਪ ਬਰਾੜ, ਸਦਾ ਖੁਸ਼ ਰਹੋ ਬੱਚੇ। ਰਾਜੂ, ਹੋਰ ਮੈਡਮ ਜੀ ਠੀਕ ਹੋ? ਹਾਂਜੀ ਰਾਜੇ, ਰੱਬ ਦੀ ਕਿਰਪਾ, ਸਭ ਖੈਰ ਹੈ, ਮਾਫ਼ ਕਰਨਾ ਤੇਰੇ ਵਿਆਹ 'ਤੇ ਨਹੀਂ ਆਇਆ ਗਿਆ ਸਾਥੋਂ। ਚੱਲ ਕੋਈ ਗੱਲ ਨਹੀਂ ਜੀ, ਪਰ ਤੁਸੀਂ ਮੇਰੇ ਲਈ ਸਪੈਸ਼ਲ ਚੱਲ ਕੇ ਆਏ ਹੋ, ਮੇਰੇ ਲਈ ਇਹੀ ਬਹੁਤ ਮਾਣ ਵਾਲੀ ਗੱਲ ਹੈ। ਸੱਚ ਦੱਸਾਂ ਤਾਂ ਤੁਹਾਨੂੰ ਇੱਥੇ ਦੇਖ ਕੇ ਬਹੁਤ ਖੁਸ਼ੀ ਹੋਈ ਮੈਨੂੰ। ਇੰਨਾ ਕਹਿੰਦਿਆਂ ਹੀ ਸਭ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ। ਚੰਦ ਕੁ ਮਿੰਟਾਂ ਬਾਅਦ ਰਣਦੀਪ ਚਾਹ ਲੈ ਕੇ ਆ ਗਈ। ਗੁੱਡੀ ਪਲੇਟ ਵਿੱਚ ਮਠਿਆਈ ਲੈ ਕੇ ਆਈ ਤੇ ਉਹਨਾਂ ਮੂਹਰੇ ਪਏ ਮੇਜ਼ ਉੱਪਰ ਰੱਖ ਮਲਕੀਤ ਕੰਨੀ ਲੋਟ ਹੋ ਕੇ ਬੈਠ ਗਈ। ਰਣਦੀਪ ਹੱਥ ਵਿੱਚ ਫੜੀ ਖਾਲੀ ਟਰੇ ਲੈ ਵਾਪਸ ਰਸੋਈ ਵੱਲ ਮੁੜਨ ਹੀ ਲੱਗੀ ਸੀ ਕਿ ਮਿਸ ਸੰਦੀਪ ਬਰਾੜ ਨੂੰ ਉਸਨੇ ਰੋਕਦਿਆਂ ਬੋਲੀ, ਆ ਜਾਓ ਬੇਟੇ, ਤੁਸੀਂ ਵੀ ਬੈਠ ਜਾਓ ਸਾਡੇ ਕੋਲੇ। ਰਾਜੂ ਨੂੰ ਤਾਂ ਅਸੀਂ ਪਹਿਲਾਂ ਤੋਂ ਜਾਣਦੇ ਹਾਂ, ਪਰ ਤੁਸੀਂ ਸੁਣਾਓ ਆਪਣੇ ਬਾਰੇ ਕੁਛ, ਆਖਰ ਤੁਹਾਨੂੰ ਹੀ ਤਾਂ ਮਿਲਣ ਆਏ ਹਾਂ ਇੰਨੀ ਦੂਰੋਂ ਅਸੀਂ ਚੱਲ ਕੇ। ਇਹ ਸੁਣ ਮਲਕੀਤ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ। ਰਾਜੂ ਵੀ ਥੋੜ੍ਹਾ ਬੇਚੈਨ ਜਿਹਾ ਹੋਇਆ ਬੋਲਿਆ, ਹਾਂ ਹਾਂ ਕਿਉਂ ਨਹੀਂ, ਆ ਰਾਣੋ ਇੱਥੇ ਬੈਠ ਜਾ ਮੰਮੀ ਹੋਰਾਂ ਕੋਲੇ। ਰਾਜੂ ਦੇ ਮੂੰਹੋਂ ਰਾਣੋ ਸ਼ਬਦ ਸੁਣ ਰਣਦੀਪ ਦਾ ਦਿਲ ਖੁਸ਼ ਨਾਲ ਬਾਗੋ ਬਾਗ ਹੋ ਗਿਆ। ਉਸਨੂੰ ਇੱਕ ਪਲ ਇੰਝ ਲੱਗਿਆ ਜਿਵੇਂ ਉਹ ਆਪਣੇ ਪੇਕੇ ਘਰ ਵਿੱਚ ਆ ਗਈ ਹੋਵੇ, ਕਿਉਂਕਿ ਘਰ ਵਿੱਚ ਉਸਨੂੰ ਸਭ ਪਿਆਰ ਨਾਲ ਰਾਣੋ ਰਾਣੋ ਕਹਿ ਪੁਕਾਰਦੇ ਸਨ, ਇਸ ਲਈ ਇਹ ਸ਼ਬਦ ਉਸਨੂੰ ਆਪਣੇਪਨ ਦਾ ਅਹਿਸਾਸ ਕਰਾਉਂਦਾ ਸੀ।
ਖੁਸ਼ ਹੁੰਦੀ ਹੋਈ ਰਣਦੀਪ ਹਾਲੇ ਬੈੱਡ ਉੱਪਰ ਬੈਠਣ ਹੀ ਲੱਗੀ ਸੀ ਕਿ ਸੰਦੀਪ ਬਰਾੜ ਨੇ ਉਸਦਾ ਹੱਥ ਫੜ ਉਸਨੂੰ ਆਪਣੇ ਨਾਲ ਵਾਲੀ ਕੁਰਸੀ 'ਤੇ ਬਿਠਾ ਲਿਆ। ਸੱਚੀ ਰਾਜੂ, ਪਸੰਦ ਤਾਂ ਬਹੁਤ ਸੋਹਣੀ ਹੈ ਤੇਰੀ ਕੁੜੀ, ਇੱਕਦਮ ਹੀਰਾ ਏ ਹੀਰਾ। ਰਣਦੀਪ ਦੇ ਸਿਰ ਉੱਪਰ ਹੱਥ ਫੇਰਦੀ ਹੋਈ ਬੋਲੀ। ਇਹ ਸੁਣ ਰਣਦੀਪ ਨੇ ਸ਼ਰਮਾ ਕੇ ਨੀਵੀਂ ਪਾ ਲਈ। ਉਧਰ ਮਲਕੀਤ ਦਾ ਚਿਹਰਾ ਵੇਖ ਬਸੰਤ ਮਨ ਮਨ ਮੁਸਕਰਾਉਂਦੇ ਬੋਲੀ, ਕੱਲੀ ਸੋਹਣੀ ਹੀ ਤਾਂ ਹੈ ਦੇਖੀ ਹੈ, ਹੋਰ ਕੀ ਵੇਖਿਆ ਇਸ ਵਿੱਚ। ਸੰਦੀਪ ਬਰਾੜ, ਹੋਰ ਬੇਟਾ ਕਿੰਨੇ ਪੜ੍ਹੇ ਹੋ ਤੁਸੀਂ? ਰਣਦੀਪ ਦੇ ਹੱਥ ਉੱਪਰ ਹੱਥ ਰੱਖਦਿਆਂ ਪੁੱਛਿਆ। ਇਹ ਸੁਣ ਰਣਦੀਪ ਨੂੰ ਥੋੜ੍ਹੀ ਘਬਰਾਹਟ ਮਹਿਸੂਸ ਹੋਣ ਲੱਗੀ। ਇਸ ਤੋਂ ਪਹਿਲਾਂ ਰਣਦੀਪ ਕੁਛ ਦੱਸਣ ਦੀ ਕੋਸ਼ਿਸ਼ ਕਰਦੀ, ਮਲਕੀਤ ਮੌਕਾ ਵਿਚਾਰਦਿਆਂ ਪਹਿਲਾਂ ਹੀ ਬੋਲ ਪਈ, ਜੀ ਆਹੀ ਕੁਛ 10-12 ਪੜ੍ਹੀ ਆ, ਬਾਕੀ ਕਢਾਈ ਸਿਲਾਈ ਦਾ ਕੰਮ ਪੂਰਾ ਜਾਣਦੀ ਹੈ। ਰਣਦੀਪ ਨੇ ਵੀ ਮਲਕੀਤ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਸਿਰ ਹਿਲਾਇਆ। ਸੰਦੀਪ ਬਰਾੜ, ਚਲੋ ਵਧੀਆ ਗੱਲ ਹੈ, ਇਹ ਵੀ ਕੋਈ ਕੰਮ ਮਾੜਾ ਨਹੀਂ ਹੈ। ਜੇ ਕੋਈ ਮੰਨੇ ਤਾਂ ਇਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਟੈਲੈਂਟ ਹੀ ਹੈ। ਹੋਰ ਦੱਸੋ ਬੇਟਾ, ਤੁਸੀਂ ਵੀ ਆਪਣੇ ਬਾਰੇ ਕੁਝ। ਇਹ ਸੁਣ ਰਣਦੀਪ ਨੇ ਫਿਰ ਨੀਵੀਂ ਪਾ ਲਈ। ਇਸ ਤਰ੍ਹਾਂ ਸੰਦੀਪ ਨੇ ਕਾਫੀ ਹੋਰ 3-4 ਸਵਾਲਾਂ ਤੋਂ ਉਸ ਤੋਂ ਸਵਾਲ ਕੀਤੇ, ਪਰੰਤੂ ਸਾਰੇ ਸਵਾਲਾਂ ਦੇ ਜਵਾਬ ਕਦੇ ਰਾਜੂ ਤੇ ਕਦੇ ਮਲਕੀਤ ਉਸਦੇ ਕੁਝ ਬੋਲਣ ਤੋਂ ਪਹਿਲਾਂ ਹੀ ਦੇ ਦਿੰਦੇ ਆ। ਇਹ ਦੇਖ ਰਣਦੀਪ ਨੂੰ ਬੜਾ ਅਜੀਬ ਜਿਹਾ ਲੱਗ ਰਿਹਾ। ਉਸਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ, ਪਰੰਤੂ ਰਾਜੂ ਵੱਲ ਦੇਖੋ ਝੂਠਾ ਜਿਹਾ ਮੁਸਕਰਾ ਬੈਠੀ ਰਹੀ। ਲੱਗਦਾ ਕੁੜੀ ਬਹੁਤ ਸ਼ਰਮੀਲੀ ਹੈ, ਤਾਂ ਹੀ ਤਾਂ ਕੁਛ ਬੋਲਦੀ ਨਹੀਂ। ਸੰਦੀਪ ਬਰਾੜ ਨੇ ਕਾਫੀ ਚਿਰ ਬਾਅਦ ਉਸਨੂੰ ਇੰਝ ਮੈਂ ਖਾਮੋਸ਼ ਬੈਠਿਆਂ ਦੇਖ ਕੇ ਮੁਸਕਰਾ ਕੇ ਕਿਹਾ। ਇਹ ਸੁਣ ਬਸੰਤ ਤੋਂ ਰਿਹਾ ਨਾ ਗਿਆ, ਹੱਸਦੇ ਹੋਏ, ਲਓ ਕਰ ਲਓ ਗੱਲ, ਬੋਲੂ ਕਿਵੇਂ ਜਦੋਂ ਬੋਲ ਹੀ ਨਹੀਂ ਸਕਦੀ। ਇਸ ਤੋਂ ਜ਼ਿਆਦਾ ਕੁਛ ਹੋਰ ਬੋਲਦੀ ਮਲਕੀਤ ਨੇ ਅੱਖਾਂ ਦੀ ਘੂਰੀ ਵੱਟਦਿਆਂ ਉਸਨੂੰ ਚੁੱਪ ਕਰਵਾ ਦਿੱਤਾ। ਦਵਿੰਦਰ ਬਰਾੜ, ਬੋਲ ਨਹੀਂ ਸਕਦੀ ਮਤਲਬ? ਹੈਰਾਨ ਹੁੰਦਿਆਂ ਸੰਦੀਪ ਵੱਲ ਵੇਖਣ ਲੱਗੇ। ਸਭ ਦੇ ਚਿਹਰੇ ਵੱਲ ਦੇਖਦਿਆਂ ਸੰਦੀਪ ਬਰਾੜ ਨੇ ਇੱਕ ਵਾਰੀ ਫਿਰ ਪੁੱਛਿਆ, ਕੀ ਗੱਲ ਹੈ? ਸਭ ਇਹਨੇ ਹੈਰਾਨ ਕਿਉਂ ਹੋ ਗਏ ਜੀ? ਰਣਦੀਪ ਵੀ ਇਹ ਸਭ ਦੇਖ ਕੇ ਬੜੀ ਬੇਚੈਨ ਹੋ ਰਹੀ ਸੀ ਤੇ ਮਨ ਹੀ ਮਨ ਸੋਚ ਰਹੀ ਸੀ, ਇਹ ਸਭ ਕੀ ਹੋ ਰਿਹਾ। ਰਣਦੀਪ ਨੇ ਕਾਫੀ ਆਪਣੀ ਜੀਭ ਨੂੰ ਤੁਤਲਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਆ ਤੋਂ ਬਿਨਾਂ ਉਸਦੀ ਜ਼ੁਬਾਨ ਵਿੱਚੋਂ ਇੱਕ ਲਫ਼ਜ਼ ਵੀ ਬਾਹਰ ਨਾ ਨਿਕਲਿਆ। ਰਣਦੀਪ ਦੀ ਇਸ ਤੁਤਲਾਉਂਦੀ ਆਵਾਜ਼ ਅਤੇ ਹੜਬੜਾਹਟ ਨੂੰ ਦੇਖ ਸੰਦੀਪ ਬਰਾੜ ਸਮਝ ਗਈ ਕਿ ਇਹ ਬੋਲ ਨਹੀਂ ਸਕਦੀ। ਗੁੱਡੀ ਨੇ ਹੁਣ ਕੁਛ ਲੁਕਾਉਣਾ ਠੀਕ ਨਾ ਸਮਝਿਆ ਤੇ ਉਹਨਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ। ਉਹ ਮਾਫ਼ ਕਰਨਾ, ਮੈਨੂੰ ਪਤਾ ਨਹੀਂ। ਉਸ ਵੱਲ ਤਰਸ ਭਰੀ ਨਜ਼ਰਾਂ ਨਾਲ ਤੱਕਦਿਆਂ ਕਿਹਾ। ਇਸ ਗੱਲ ਤੋਂ ਮਲਕੀਤ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋਈ। ਮਲਕੀਤ ਦੇ ਚਿਹਰੇ ਉੱਪਰ ਆਈ ਸ਼ਿਕਨ ਦੇਖ ਬਸੰਤ ਮੌਕਾ ਦੇਖ ਕੇ ਉੱਥੋਂ ਖਿਸਕ ਗਈ। ਰਾਜੂ ਤੇ ਰਣਦੀਪ ਨੂੰ ਮਿਲਣ ਮਗਰੋਂ ਦੋਨੋਂ ਜਾਣਿਆਂ ਦੀ ਆਗਿਆ ਲੈਂਦੇ ਹੋਏ ਤੁਰ ਪਏ। ਬਾਹਰ ਜਾਂਦਿਆਂ ਹੀ ਮੈਨੂੰ ਇੱਕ ਗੱਲ ਨਹੀਂ ਸਮਝ ਆਈ, ਸੰਦੀਪ ਰਾਜੂ ਇੰਨਾ ਪੜ੍ਹਿਆ ਲਿਖਿਆ ਸਮਝਦਾਰ ਮੁੰਡਾ ਹੋਣ ਦੇ ਬਾਵਜੂਦ ਵੀ ਉਸਨੇ ਇੱਕ ਗੂੰਗੀ ਕੁੜੀ ਨੂੰ ਹੀ ਕਿਉਂ ਜੀਵਨ ਸਾਥੀ ਚੁਣਿਆ, ਜਦ ਕਿ ਉਹ ਤਾਂ ਇਸ ਦਾ ਜ਼ਿਆਦਾ ਵਧੀਆ ਡਿਜ਼ਰਵ ਕਰਦਾ ਸੀ। ਦਵਿੰਦਰ ਨੇ ਹੌਲੀ ਜਿਹੇ ਬੋਲਦਿਆਂ ਆਪਣੀ ਪਤਨੀ ਨੂੰ ਪੁੱਛਿਆ। ਸੰਦੀਪ ਬਰਾੜ, ਹਾਂ ਮੈਂ ਵੀ ਇਹੀ ਸੋਚ ਰਹੀ ਹਾਂ, ਮੰਨਿਆ ਕੁੜੀ ਬਹੁਤ ਸੋਹਣੀ ਹੈ, ਪਰ ਕਹਿੰਦੇ ਕਹਿੰਦੇ ਰੁਕ ਗਈ। ਦਵਿੰਦਰ ਬਰਾੜ, ਸ਼ਾਇਦ ਕੋਈ ਲਾਲਚ ਵਗੈਰਾ ਵਿੱਚ ਆ ਜਲਦਬਾਜ਼ੀ ਵਿੱਚ ਕੋਈ ਫੈਸਲਾ ਲਿਆ ਹੋਵੇ। ਸੰਦੀਪ ਬਰਾੜ, ਨਹੀਂ ਨਹੀਂ, ਜਿੱਥੋਂ ਤੱਕ ਮੈਂ ਇਸ ਮੁੰਡੇ ਨੂੰ ਜਾਣਦੀ ਹਾਂ ਰਾਜੂ ਇਹੋ ਜਿਹਾ ਮੁੰਡਾ ਤਾਂ ਨਹੀਂ। ਚਲੋ ਛੱਡੋ, ਉਸਦੀ ਆਪਣੀ ਜ਼ਿੰਦਗੀ, ਉਸਨੇ ਵੀ ਤਾਂ ਕੋਈ ਸੋਚ ਸਮਝ ਕੇ ਫੈਸਲਾ ਲਿਆ ਹੋਣਾ, ਆਖਿਰ ਉਸਦੀ ਪੂਰੀ ਜ਼ਿੰਦਗੀ ਦਾ ਸਵਾਲ ਹੈ। ਇਸ ਤਰ੍ਹਾਂ ਦੋਨੋਂ ਆਪਸ ਵਿੱਚ ਪਹਿਲੀਆਂ ਵਜਾਉਂਦੇ ਹੋਏ ਚਲੇ ਗਏ। ਪਿੱਛੇ ਖੜੀ ਮਲਕੀਤ ਉਹਨਾਂ ਦੀਆਂ ਇਹ ਗੱਲਾਂ ਸੁਣ ਅੱਗ ਬਬੂਲੇ ਹੋ ਰਹੀ ਸੀ। ਚੁੱਪ ਨਹੀਂ ਰਿਹਾ ਗਿਆ ਨਾ। ਫਿਰ ਚਾਚੀ ਫਲਾਤੋ ਤੋਂ ਊਈਂ ਸਾਰੀ ਦਿਹਾੜੀ ਦੂਜਿਆਂ ਦੇ ਘਰਾਂ ਵਿੱਚ ਤਾਕ ਝਾਕ ਕਰਦਿਆਂ ਰਹਿਣਗੀਆਂ ਨਾ। ਜੇ ਬਿੰਦ ਝੱਟ ਚੁੱਪ ਰਹਿ ਜਾਂਦੀ ਤਾਂ ਕੀ ਦੱਸ ਇਹਨੂੰ ਫਾਹਾ ਪੈਂਦਾ ਸੀ। ਮਲਕੀਤ ਗੁੱਸੇ ਨਾਲ ਲਾਲ ਹੋਈ ਬੋਲੀ। ਸੁਰਜਣ, ਐਡੀ ਕਿੱਡੀ ਕੁ ਗੱਲ ਹੋ ਗਈ ਜਿਹੜਾ ਇੰਨਾ ਸ਼ੌਰ ਮਚਾਇਆ? ਮਲਕੀਤ, ਨਾ ਜਿਵੇਂ ਤਾਂ ਤੁਹਾਨੂੰ ਕਿਸੇ ਚੀਜ਼ ਦਾ ਕੋਈ ਫਰਕ ਹੀ ਨਹੀਂ ਪੈਂਦਾ ਹੈ ਨਾ। ਮਲਕੀਤ ਉਹਨਾਂ ਨੂੰ ਇਸ ਤਰ੍ਹਾਂ ਬੋਲਦੇ ਦੇਖ ਰਣਦੀਪ ਇੱਕਦਮ ਸਹਿਮ ਗਈ। ਡਰ ਦੇ ਮਾਰੇ ਰਣਦੀਪ ਦੇ ਹੱਥ ਪੈਰ ਕੰਬਣ ਲੱਗ ਪਏ। ਆਪਣੇ ਕਮਰੇ ਦੇ ਬਾਹਰ ਕੰਧ ਨਾਲ ਢੋ ਲਗਾਈ ਉਹ ਇਹ ਸਭ ਦੇਖ ਹੀ ਰਹੀ ਸੀ। ਉਸੇ ਹੀ ਪਲ ਗੁੱਡੀ ਦੀ ਨਜ਼ਰ ਰਣਦੀਪ 'ਤੇ ਪਈ। ਓਹੋ, ਮਗਰੋਂ ਕਰੀ ਲਿਓ ਜਿਹੜੀ ਬਹਿਸ ਕਰਨੀ ਹੈ। ਐਂ ਤਾਂ ਦੇਖ ਲਓ ਕੋਲੇ ਨੂੰਹ ਖੜੀ ਹੈ, ਐਵੇਂ ਉਹਦੇ ਸਾਹਮਣੇ ਜਲੂਸ ਕੱਢਦੇ ਸੋਹਣੇ ਲੱਗਦੇ ਹੋ ਕੋਈ? ਉਹ ਨਵੀਂ ਆਈ ਹੈ ਇਸ ਘਰ ਵਿੱਚ, ਇਹ ਸਭ ਸੁਣੂਗੀ ਤਾਂ ਕੀ ਸੋਚੂਗੀ? ਆਪਣੇ ਬਾਰੇ ਉਹਨਾਂ ਨੂੰ ਚੁੱਪ ਕਰਾਉਂਦੇ ਹੋਏ ਹੌਲੀ ਜਿਹੇ ਬੋਲੀ। ਇੰਨਾ ਕਹਿ ਗੁੱਡੀ ਰਣਦੀਪ ਨੂੰ ਇੱਕ ਪਾਸੇ ਦੂਜੇ ਕਮਰੇ ਵਿੱਚ ਲੈ ਗਈ। ਰਣਦੀਪ ਪਰੇਸ਼ਾਨ ਹੁੰਦਿਆਂ ਹੱਥ ਦਾ ਇਸ਼ਾਰਾ ਕਰਦਿਆਂ ਪੁੱਛਿਆ, ਕੀ ਹੋਇਆ ਭੂਆ ਜੀ? ਗੁੱਡੀ, ਤੂੰ ਫਿਕਰ ਨਾ ਕਰ ਪੁੱਤ, ਕੁਝ ਨਹੀਂ ਹੋਇਆ। ਉਹ ਤਾਂ ਐਵੇਂ ਹੀ ਇਹਨਾਂ ਦਾ ਪਹਿਲਾਂ ਤੋਂ ਆਪਸ ਵਿੱਚ ਥੋੜ੍ਹਾ ਬਹੁਤਾ ਮਨਮਟਾਵ ਹੈ, ਬਸ ਹੋਰ ਕੁਝ ਨਹੀਂ। ਜਿਹੜੀ ਬਾਹਰੋਂ ਇੱਕ ਔਰਤ ਆਈ ਸੀ ਨਾ ਬਸੰਤ, ਬਸ ਉਹਦੇ ਨਾਲ ਤੇਰੀ ਸੱਸ ਦੀ ਥੋੜ੍ਹੀ ਬਣਦੀ ਘੱਟ ਹੈ, ਤਾਂ ਕਰਕੇ ਉਹਨੂੰ ਬੋਲ ਰਹੀ ਹੈ। ਤੂੰ ਨਾ ਐਵੇਂ ਫਿਕਰ ਕਰ, ਆਪੇ ਬਿੰਦ ਝੱਟ ਬਾਲ ਕੇ ਚੁੱਪ ਕਰ ਜਾਊ।
ਤੂੰ ਇੰਨੇ ਇੱਥੇ ਹੀ ਬੈਠ, ਮੈਂ ਆਉਣੀ ਆ ਉਹਨਾਂ ਨੂੰ, ਠੀਕ ਹੈ ਕਰਕੇ। ਠੀਕ ਹੈ, ਰਣਦੀਪ ਨੇ ਹਾਂਜੀ ਵਿੱਚ ਸਿਰ ਹਿਲਾਇਆ। ਮੇਰੀ ਸਿਆਣੀ ਧੀ, ਉਸਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦੀ ਹੋਈ ਇੰਨਾ ਕਹਿ ਗੁੱਡੀ ਬਾਹਰ ਚਲੀ ਗਈ। ਕਿਸੇ ਪਾਸੇ ਖੜਨ ਜੋਗੇ ਨਹੀਂ ਰਹੇ ਆਪਾਂ ਤਾਂ। ਹੁਣ ਜਿਹਨੂੰ ਵੀ ਦੇਖੋ ਉਹੀ ਐਂ ਕਹਿੰਦਾ ਵੀ ਲਾਲਚ ਵਿੱਚ ਆ ਕੇ ਵਿਆਹ ਕਰਾਇਆ ਆਪਣੇ ਮੁੰਡੇ ਦਾ। ਨਾ ਕੋਈ ਪੁੱਛਣ ਵਾਲਾ ਹੋਵੇ, ਆਪਾਂ ਕਿਹੜਾ ਕਿਸੇ ਭੁੱਖੇ ਨੰਗੇ ਖਾਨਦਾਨ ਤੋਂ ਆ। ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਪਾਣੀ। ਕਹਿ ਮਲਕੀਤ ਮੱਥੇ 'ਤੇ ਹੱਥ ਰੱਖ ਰੋਣ ਲੱਗ ਪਈ। ਮਲਕੀਤ ਨੂੰ ਇਸ ਤਰ੍ਹਾਂ ਦੁਖੀ ਹੁੰਦੇ ਦੇਖ ਰਾਜੂ ਉਸਨੂੰ ਚੁੱਪ ਕਰਾਉਂਦਾ ਬੋਲਿਆ, ਕਿਉਂ ਮੰਮੀ ਤੁਸੀਂ ਬਾਰ-ਬਾਰ ਉਹੀ ਗੱਲ ਲੈ ਕੇ ਬਹਿ ਜਾਂਦੇ ਹੋ। ਹੁਣ ਜੋ ਹੋਣਾ ਸੀ ਉਹ ਹੋ ਗਿਆ। ਰੋਜ਼-ਰੋਜ਼ ਉਸਨੂੰ ਕੋਸੀ ਜਾਣਾ ਕਿਹੜਾ ਉਸਦੀ ਆਵਾਜ਼ ਵਾਪਸ ਆ ਜਾਣੀ ਹੈ। ਬਾਕੀ ਰਹੀ ਗੱਲ ਲੋਕਾਂ ਦੀ, ਉਹਨਾਂ ਦਾ ਤਾਂ ਕੰਮ ਹੀ ਇਹੀ ਹੁੰਦਾ ਗਾ, ਹਰ ਕਿਸੇ ਵਿੱਚ ਕਮੀਆਂ ਢੂੰਡਣਾ ਅਤੇ ਫਿਰ ਉਸਨੂੰ ਨਿੰਦਣਾ। ਉਹ ਵੀ ਕੋਈ ਮਰਜ਼ੀ ਨਾਲ ਨਹੀਂ ਆਈ ਏ ਇਸ ਘਰ ਵਿੱਚ। ਮੈਂ ਵਿਆਹ ਕਰਾ ਕੇ ਲੈ ਕੇ ਆਇਆ, ਆਪੀ ਔਖੀ ਸੌਖਾ ਸਾਂਭ ਲੈਣਾ ਮੈਂ ਸਭ। ਹਾਂ, ਥੋੜ੍ਹਾ ਟਾਈਮ ਜ਼ਰੂਰ ਲੱਗਣਾ ਗਾ ਉਸਨੂੰ ਸਮਝਣ 'ਚ, ਪਰ ਮੈਂ ਸਭ ਆਪੇ ਦੇਖ ਲੈਣਾ ਗਾ, ਤੁਸੀਂ ਐਵੇਂ ਫਿਕਰ ਨਾ ਕਰੋ। ਕਿਉਂ ਨਾ ਕਰਾਂ ਮੈਂ ਫਿਕਰ ਤੇਰੀ ਮਾਂ ਹਾਂ, ਮੈਂ ਤੇਰੀ ਕੋਈ ਦੁਸ਼ਮਣ ਨਹੀਂ। ਜਿਹੜਾ ਮੈਨੂੰ ਕੁਝ ਸਮਝ ਨਹੀਂ ਆਉਂਦਾ ਜਾਂ ਫਿਰ ਦਿਖਦਾ ਨਹੀਂ, ਤੇਰੇ ਲਈ ਕੀ ਚੰਗਾ ਕੀ ਮਾੜਾ ਸਭ ਜਾਣਦੀ ਹਾਂ। ਕਿਵੇਂ ਕੱਟੇਗਾ ਤੂੰ ਆਪਣੀ ਪੂਰੀ ਜ਼ਿੰਦਗੀ ਇਸ ਨਾਲ, ਜਿਸ ਦਾ ਐਂ ਵੀ ਨਹੀਂ ਪਤਾ ਲੱਗਦਾ ਕੀ ਕਹਿਣਾ, ਕੀ ਚਾਹੁੰਦੀ, ਕੀ ਬੋਲ ਰਹੀ ਹੈ, ਉਹਦੇ ਮਨ ਕੀ ਚੱਲ ਰਿਹਾ ਨਹੀਂ। ਮਲਕੀਤ ਨੇ ਇੱਕੋ ਸਾਹ ਬੋਲੀ ਜਾ ਰਹੀ ਸੀ। ਉਧਰ ਕਮਰੇ ਵਿੱਚ ਇਕੱਲੀ ਬੈਠੀ ਰਣਦੀਪ ਦਾ ਮਨ ਬੇਚੈਨ ਹੋਏ ਜਾ ਰਿਹਾ ਸੀ। ਬਾਹਰੇ ਆ ਰਹੀਆਂ ਆਵਾਜ਼ਾਂ ਦੀ ਥੋੜ੍ਹੀ ਗੂੰਜ ਉਸਦੇ ਕੰਨੀ ਪੈ ਰਹੀ ਸੀ, ਪਰੰਤੂ ਕਮਰੇ ਵਿੱਚ ਠੀਕ ਸਾਫ਼ ਸੁਣਾਈ ਨਹੀਂ ਦੇ ਰਿਹਾ ਸੀ, ਜਿਸ ਕਰਕੇ ਉਸਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀ। ਅਖੀਰ ਬਾਹਰ ਕਿਹੜੀ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਕਦੇ ਕਦਾਈਂ ਕਦਮ ਆਵਾਜ਼ ਤੇਜ਼ ਹੋਣ ਜਾਣ ਕਾਰਨ ਉਸਨੂੰ ਇੰਝ ਜਾਪਦਾ ਜਿਵੇਂ ਕੋਈ ਲੜ ਰਿਹਾ ਹੋਵੇ। ਉਸਦੇ ਮਨ ਵਿੱਚ ਕਾਫੀ ਵਾਰ ਆਇਆ ਕਿ ਬਾਹਰ ਚੱਲ ਕੇ ਖੁਦ ਹੀ ਦੇਖ ਕਿਉਂ ਨਹੀਂ ਲੈਂਦੀ। ਫਿਰ ਉਸੇ ਹੀ ਪਲ ਉਸਦੇ ਕਦਮ ਇਹ ਸੋਚ ਕੇ ਰੁਕ ਜਾਂਦੇ, ਸ਼ਾਇਦ ਐਵੇਂ ਹੀ ਮਾੜੀ ਮੋਟੀ ਗੱਲ ਹੋਊਗੀ ਤੇ ਭੂਆ ਜੀ ਨੇ ਵੀ ਮਨਾ ਕੀਤਾ ਹੈ ਨਾ ਬਾਹਰ ਆਉਣ ਤੋਂ, ਫਿਰ ਉਹਨਾਂ ਦਾ ਆਖਾ ਕਿਵੇਂ ਟਾਲ ਸਕਦੀ ਹਾਂ। ਪਰੰਤੂ ਬਾਰ-ਬਾਰ ਆ ਰਹੇ ਬੁਰੇ ਖਿਆਲਾਂ ਕਾਰਨ ਉਹ ਖੁਦ ਨੂੰ ਜ਼ਿਆਦਾਤਰ ਰੋਕ ਨਾ ਪਾਈ ਤੇ ਕਮਰੇ ਦੇ ਬਾਹਰ ਬਰਾਂਡੇ ਵਿੱਚ ਇੱਕ ਖੂੰਜੇ ਨਾਲ ਓਹਲੇ ਖਲੋ ਗਈ। ਸਭ ਦੇ ਚਿਹਰਿਆਂ 'ਤੇ ਪਰੇਸ਼ਾਨੀ ਦੇਖ ਰਣਦੀਪ ਵੀ ਪਰੇਸ਼ਾਨ ਹੋ ਗਈ। ਉਸਨੇ ਦੇਖਿਆ ਮਲਕੀਤ ਦੇ ਆਲੇ ਦੁਆਲੇ ਖੜੇ ਉਸਨੂੰ ਸਮਝਾ ਰਹੇ ਸਨ, ਜਿਨ੍ਹਾਂ ਨੂੰ ਰਣਦੀਪ ਕੁਝ ਸਮਝ ਆਉਂਦੀ। ਰਾਜੂ ਮਲਕੀਤ ਦੇ ਸਵਾਲਾਂ ਤੋਂ ਤੰਗ ਆ ਕੇ ਬਾਹਰ ਚਲਾ ਗਿਆ। ਸੁਰਜਣ ਜੀ ਲੈਣ ਦੇ ਮੁੰਡੇ ਨੂੰ ਚੈਨ ਨਾਲ, ਕਿਉਂ ਸਾਰੀ ਦਿਹਾੜੀ ਉਸਦੇ ਹੱਥ ਪੈਰ ਧੋ ਕੇ ਮਗਰ ਪਈ ਰਹਿੰਦੀ ਹੈ। ਸੁਰਜਣ ਵੀ ਗੁੱਸੇ ਨਾਲ ਬੋਲਦਾ ਹੋਇਆ ਰਾਜੂ ਦੇ ਪਿੱਛੇ ਹੀ ਚਲਾ ਗਿਆ। ਮਲਕੀਤ ਬੋਲੀ, ਲਓ ਕਰ ਲਓ ਗੱਲ, ਇਹ ਪਿਓ ਪੁੱਤ ਤਾਂ ਐਂ ਬੋਲਦੇ ਨੇ ਜਿਵੇਂ ਮੈਂ ਇਹਨਾਂ ਦੀ ਕੋਈ ਦੁਸ਼ਮਣ ਹੋਵਾਂ। ਮਲਕੀਤ ਮੱਥੇ 'ਤੇ ਹੱਥ ਰੱਖਦੀ ਹੋਈ ਮੰਜੇ 'ਤੇ ਬੈਠ ਗਈ। ਉਸਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ। ਭੂਆ ਜੀ ਤਾਂ ਕੀ ਰਹੇ ਨੇ, ਬਸੰਤ ਕਰਕੇ ਮੰਮੀ ਜੀ ਥੋੜ੍ਹਾ ਗੁੱਸੇ ਨੇ, ਪਰੰਤੂ ਇਹਨਾਂ ਸਭ ਦੇ ਚਿਹਰੇ ਦੇਖ ਕੇ ਇੰਝ ਜਾਪ ਰਿਹਾ ਜਿਵੇਂ ਕੋਈ ਵੱਡੀ ਆਫਤ ਆਈ ਹੋਵੇ। ਸਭ ਇੰਨੇ ਦੁਖੀ ਕਿਉਂ ਨੇ, ਜ਼ਰੂਰ ਕੋਈ ਗੱਲ ਹੈ। ਇਹ ਸੋਚ ਰਣਦੀਪ ਜਾਣਨ ਲਈ ਹੋਰ ਵੀ ਬੇਤਾਬ ਹੋ ਗਈ। ਗੁੱਡੀ, ਓਹੋ ਤੂੰ ਕਿਉਂ ਫਿਕਰ ਕਰਦੀ ਏ ਇੰਨੀ, ਹੌਲੀ ਹੌਲੀ ਸਭ ਠੀਕ ਹੋ ਜਾਣਾ। ਤੈਨੂੰ ਤਾਂ ਤੇਰੇ ਮੁੰਡੇ ਦੀ ਖੁਸ਼ੀ ਚਾਹੀਦੀ ਹੈ ਨਾ ਬਸ। ਜਦੋਂ ਮੁੰਡੇ ਨੂੰ ਉਹਦੇ ਨਾ ਬੋਲਣ ਕੋਈ ਫਰਕ ਨਹੀਂ ਪੈਂਦਾ, ਫਿਰ ਤੈਨੂੰ ਕਿਸ ਗੱਲੋਂ ਦਿੱਕਤ ਹੈ। ਮਲਕੀਤ, ਐਵੇਂ ਲੱਗਦਾ ਭੂਆ ਜੀ, ਮੈਂ ਜਾਣਦੀ ਹਾਂ ਮੇਰੇ ਮੁੰਡੇ ਨੇ ਤੇ ਇਸ ਟਾਈਮ ਕੀ ਬੀਤ ਰਹੀ ਹੋਵੇਗੀ। ਉਹ ਐਵੇਂ ਹੀ ਸਭ ਦਾ ਦਿਲ ਰੱਖਣ ਲਈ ਕਹਿੰਦਾ ਫਿਰਦਾ ਸਭ ਨੂੰ ਵੀ ਮੈਂ ਆਪੇ ਸਾਂਭ ਲੂੰ ਸਭ, ਪਰ ਅੰਦਰੋਂ ਹੀ ਅੰਦਰ ਉਹਨੂੰ ਵੀ ਟੈਨਸ਼ਨ ਖਾਈ ਜਾ ਰਹੀ ਹੈ। ਦੇਖਿਆ ਨਹੀਂ ਤੁਸੀਂ ਅੱਜ ਕਿਵੇਂ ਉਹ ਵੀ ਆਪਣੀ ਕਾਲਜ ਦੀ ਮੈਡਮ ਸਾਹਮਣੇ ਗੱਲ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੇ ਸੱਚਮੁੱਚ ਉਸਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਫਿਰ ਦੱਸ ਨਾ ਦਿੰਦਾ ਉਹ ਪਹਿਲੀਆਂ 'ਚ ਹੀ ਆਪਣੇ ਮੂੰਹੋਂ ਉਹਨਾਂ ਨੂੰ। ਉਹ ਵੀ ਝਿਜਕਦੇ ਭੂਆ ਜੀ ਇਸ ਬਾਰੇ ਗੱਲ ਕਰਨ ਲੱਗਿਆ, ਬਸ ਇੰਨਾ ਵੀ ਉਹ ਆਪਣੇ ਦਿਲ ਦੀ ਗੱਲ ਕਿਸੇ ਨੂੰ ਕਹਿ ਨਹੀਂ ਸੁਲਝਾਉਂਦਾ। ਮੈਨੂੰ ਤਾਂ ਭੂਆ ਜੀ ਬਸ ਇੱਕੋ ਗੱਲ ਦੀ ਚਿੰਤਾ ਸਤਾਈ ਜਾ ਰਹੀ ਆ ਵੀ ਇਹਨਾਂ ਅੱਗੇ ਚੱਲ ਕੇ ਕੀ ਬਣੂਗਾ। ਆ ਸਾਰਾ ਕਰਿਆ ਧਰਿਆ ਇਸ ਚਰਨੋਂ ਦਾ, ਨਾ ਇਹ ਆਪਦੇ ਮੁੰਡੇ ਲਈ ਆਇਆ ਰਿਸ਼ਤਾ ਧੋਖੇ ਨਾਲ ਸਾਡੇ ਕਿੰਨੀ ਧਕੇਲਦੀ, ਨਾ ਇਹ ਸਭ ਹੁੰਦਾ। ਇਹ ਸਭ ਸੁਣ ਰਣਦੀਪ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮਤਲਬ ਮੇਰੀ ਸ਼ਾਦੀ ਸਿਰਫ ਇੱਕ ਸਮਝੌਤਾ, ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ। ਜਦੋਂ ਇਸ ਰਿਸ਼ਤੇ ਤੋਂ ਕੋਈ ਖੁਸ਼ ਹੀ ਨਹੀਂ, ਫਿਰ ਰਿਸ਼ਤੇ ਦਾ ਕੋਈ ਵਜੂਦ ਹੀ ਨਹੀਂ ਹੈ। ਇਹ ਸੋਚ ਨਾ ਜਾਣੇ ਕਿੰਨੇ ਹੀ ਸਵਾਲਾਂ ਨੇ ਰਣਦੀਪ ਨੂੰ ਚਾਰੋਂ ਪਾਸੇ ਘੇਰ ਲਿਆ। ਉਸਦੇ ਵਿਆਹ ਪ੍ਰਤੀ ਸਜਾਏ ਸਾਰੇ ਅਰਮਾਨ ਇੱਕ ਪਲ ਵਿੱਚ ਟੁੱਟ ਕੇ ਵਿਖਰ ਗਏ। ਇਸ ਤੋਂ ਪਹਿਲਾਂ ਕਿ ਕੋਈ ਉਸਨੂੰ ਹਾਲਤ 'ਚ ਦੇਖਦਾ, ਉਹ ਰੋਂਦੀ ਰੋਂਦੀ ਕਮਰੇ ਵਿੱਚ ਵਾਪਸ ਚਲੀ ਗਈ। ਗੁੱਡੀ ਬੋਲੀ, ਚਰਨੋਂ ਨੇ ਜੇ ਧੋਖਾ ਕੀਤਾ ਤਾਂ ਫਿਰ ਕੀ ਹੋਇਆ, ਰੱਬ ਤਾਂ ਸਭ ਦੇਖਦਾ ਹੈ ਨਾ, ਆਪੇ ਆਪਣੀ ਕਰਨੀ ਉਹ ਆਪ ਭੁਗਤੂਗੀ।
ਇੱਕ ਨਾ ਇੱਕ ਦਿਨ ਤਾਂ ਇਨਸਾਫ ਮਿਲ ਜਾਣਾ। ਕਿਉਂ ਐਵੇਂ ਰੋਜ਼-ਰੋਜ਼ ਉਹੀ ਗੱਲਾਂ ਦੁਹਾਰ ਕੇ ਨਾਲੇ ਆਪਣਾ ਮਨ ਖਰਾਬ ਕਰਦੀ ਰਹਿਨੀ ਐ, ਨਾਲੇ ਮੁੰਡੇ ਦਾ। ਠੀਕ ਤਾਂ ਸਾਨੂੰ ਵੀ ਨਹੀਂ ਲੱਗ ਰਿਹਾ ਇਹ ਸਭ, ਪਰ ਕੀ ਕਰੀਏ, ਮਨ ਨੂੰ ਤਾਂ ਆਖਿਰ ਸਮਝਾਉਣਾ ਹੀ ਪੈਂਦਾ ਹੈ ਨਾ। ਨਾਲੇ ਤੂੰ ਤੇ ਸਿਆਣੀ ਬਿਆਣੀ ਐ, ਐਂ ਕਰਦੀ ਚੰਗੀ ਲੱਗਦੀ ਐ ਭਲਾ? ਚੱਲ ਚਰਨੋਂ ਨੇ ਜੋ ਕੀਤਾ ਸੋ ਕੀਤਾ, ਪਰ ਤੇਰਾ ਫਰਜ਼ ਬਣਦਾ ਇਸ ਰਿਸ਼ਤੇ ਨੂੰ ਅੱਗੇ ਕਿਵੇਂ ਸੰਭਾਲਣਾ। ਕਮੀ ਪੇਸ਼ੀ ਤਾਂ ਫਿਰ ਔਖੇ ਸੌਖੇ ਝੱਲੀ ਜਾਂਦੀ ਹੈ, ਪਰ ਜੇ ਇੱਕ ਵਾਰੀ ਜੁੜੇ ਰਿਸ਼ਤੇ ਵਿਗੜ ਜਾਣ ਤਾਂ ਸੰਭਾਲਣੇ ਬੜੇ ਔਖੇ ਹੋ ਜਾਂਦੇ ਆ। ਮਲਕੀਤ ਬੋਲੀ, ਮੈਂ ਤਾਂ ਕੀ ਲੈਣਾ ਕਿਸੇ ਨਾਲ ਵਿਗਾੜ ਕੇ, ਮੈਨੂੰ ਤੇ ਬਸ ਮੇਰੇ ਮੁੰਡੇ ਦੀ ਖੁਸ਼ੀ ਚਾਹੀਦੀ ਹੈ ਬਸ, ਹੋਰ ਭਲਾ ਕੋਈ ਚੁੱਲ੍ਹੇ 'ਚ ਡਿੱਗੇ ਜਾਵੇ ਮੈਨੂੰ ਕੀ। ਗੁੱਡੀ, ਆਹ ਹੋਈ ਨਾ ਗੱਲ, ਕੋਈ ਨਾ, ਮੁੰਡਾ ਵੀ ਆਪੇ ਹੋ ਜੂ ਰਾਜੀ, ਬਥੇਰਾ ਸਿਆਣਾ ਆਪਣਾ ਰਾਜੂ, ਰਿਸ਼ਤਿਆਂ ਦੀ ਕਦਰ ਕਰਨਾ ਭਲੀ ਭਾਂਤ ਜਾਣਦਾ। ਬਸ ਤੂੰ ਇੱਕ ਗੱਲ ਮੇਰੀ ਪੱਲੇ ਬੰਨ੍ਹ ਲਾ, ਕੁੜੀ ਅੱਗੇ ਭੁੱਲ ਕੇ ਵੀ ਜ਼ਿਕਰ ਨਾ ਕਰੀ ਇਸ ਗੱਲ ਦਾ, ਐਵੇਂ ਚੰਗਾ ਜਿਹਾ ਨਹੀਂ ਲੱਗਦਾ। ਅੱਗੇ ਤੂੰ ਆਪ ਸਿਆਣੀ ਹੈ। ਮਲਕੀਤ, ਠੀਕ ਹੈ ਦੀਦੀ, ਜਿਵੇਂ ਤੁਸੀਂ ਕਹੋ, ਮਲਕੀਤ ਨੇ ਆਪਣੇ ਮਨ ਨੂੰ ਸਮਝਾਉਂਦਿਆਂ ਕਿਹਾ। ਵੈਸੇ ਹੈ ਕਿੱਥੇ ਉਹ? ਮਲਕੀਤ ਆਸੇ ਪਾਸੇ ਉਹਨੂੰ ਤੱਕਦਿਆਂ ਬੋਲੀ। ਗੁੱਡੀ, ਨੀ ਹਾਂ ਸੱਚ, ਮੈਂ ਉਸ ਵਿਚਾਰੀ ਨੂੰ ਕਮਰੇ ਵਿੱਚ ਇਕੱਲੀ ਬਿਠਾ ਕੇ ਆਪ ਇੱਥੇ ਗੱਲਾਂ ਕਰਨ ਲੱਗ ਗਈ। ਮੈਂ ਉਹਨੂੰ ਆਉਣ ਲੱਗਿਆ ਕਹਿ ਕੇ ਆਈ ਸੀ ਵੀ ਮੈਂ ਆਉਣੀ ਆ ਮੁੜ ਕੇ, ਤੂੰ ਓਨਾ ਚਿਰ ਇੱਥੇ ਹੀ ਰਹੀ, ਉਹ ਕਦੋਂ ਦੀ ਉਡੀਕਦੀ ਹੋਣੀ ਆ ਵਿਚਾਰੀ। ਇੰਨਾ ਕਹਿ ਕੇ ਗੁੱਡੀ ਝੱਟ ਮੰਜੇ ਤੇ ਖੜੀ ਹੋ ਗਈ। ਉਹ ਕਰ ਲਓ ਗੱਲ, ਮੈਂ ਵੀ ਇੰਨਾ ਸਭ ਭੁੱਲ ਹੀ ਗਈ। ਮਲਕੀਤ ਸਿਰ ਖੁਜਾਉਂਦੀ ਬੋਲੀ। ਗੁੱਡੀ, ਕਿਉਂ ਕੀ ਹੋਇਆ? ਮਲਕੀਤ, ਅੱਜ ਸਵੇਰੇ ਬਾਜੂ ਦੇ ਸਹੁਰਿਆਂ ਦੇ ਫੋਨ ਆਇਆ ਸੀ, ਅੱਜ ਸ਼ਾਮ ਨੂੰ ਇਹਦੇ ਪੇਕਿਆਂ ਤੋਂ ਆਉਣਾ ਇਹਨਾਂ ਦੇ ਭਰਾਵਾਂ ਨੇ, ਇਹਨੂੰ ਲੈਣ ਵਾਸਤੇ, ਫਿਰ ਮੋੜੇ ਦੀ ਰਸਮ ਲਈ। ਮੈਨੂੰ ਰਾਜੂ ਦੇ ਭਾਪੇ ਨੇ ਨੂੰ ਵੀ ਦੱਸਣਾ ਵੀ ਮੈਂ ਫਿਰ ਭੁੱਲ ਗਈ। ਗੁੱਡੀ, ਲੈ ਫਿਰ ਕੀ ਹੋ ਗਿਆ, ਉਹਨਾਂ ਨੇ ਤਾਂ ਆਉਣਾ ਹੀ ਹੈ, ਤੂੰ ਐਂ ਕਰ ਰਾਜੂ ਨੂੰ ਫੋਨ ਕਰਕੇ ਸੱਦ, ਨਾਲੇ ਖਾਣ ਪੀਣ ਲਈ ਥੋੜ੍ਹਾ ਸਮਾਨ ਵੀ ਮੰਗਾ ਲਈ। ਮਲਕੀਤ, ਠੀਕ ਹੈ, ਤੁਸੀਂ ਜਾਓ, ਉਹਨੂੰ ਲਿਆਓ ਇੱਧਰ, ਮੈਂ ਇਹਨੂੰ ਫੋਨ ਕਰ ਲਵਾਂ ਉਹਨਾਂ ਨੂੰ। ਇੰਨਾ ਸੁਣਦਿਆਂ ਹੀ ਗੁੱਡੀ ਕਮਰੇ ਵਿੱਚ ਚੱਲ ਪਈ। ਜਿਵੇਂ ਉਹ ਕਮਰੇ ਵਿੱਚ ਪਹੁੰਚੀ ਤਾਂ ਉਸਨੇ ਦੇਖਿਆ ਕਿ ਰਣਦੀਪ ਭੁੰਜੇ ਹੀ ਬੈੱਡ ਨਾਲ ਸਹਾਰੇ ਲਾਈ ਜ਼ਮੀਨ ਉੱਪਰ ਬੈਠੀ ਹੋਈ ਸੀ। ਉਸਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ, ਛੱਤ ਵੱਲ ਇੱਕ ਥਾਈਂ ਨਜ਼ਰ ਟਿਕਾਏ ਗਹਿਰੀਆਂ ਸੋਚਾਂ ਵਿੱਚ ਖੋਈ ਪਈ ਸੀ। ਰਣਦੀਪ ਨੂੰ ਇਸ ਹਾਲਤ 'ਚ ਦੇਖ ਗੁੱਡੀ ਨੇ ਉਸ ਕੋਲ ਜਾ ਕੇ ਉਸਨੂੰ ਹੱਥ ਨਾਲ ਉਠਾਇਆ, ਪੁੱਛਿਆ, ਕੀ ਹੋਇਆ ਪੁੱਤ? ਹੱਥ ਲਗਾਉਂਦਿਆਂ ਹੀ ਰਣਦੀਪ ਇੱਕਦਮ ਇਸ ਤਰ੍ਹਾਂ ਤੰਬਕ ਉੱਠੀ ਜਿਵੇਂ ਕੋਈ ਡਰਾਵਣਾ ਸੁਪਨਾ ਦੇਖ ਰਹੀ ਹੋਵੇ। ਆਪਣੇ ਸਾਹਮਣੇ ਗੁੱਡੀ ਨੂੰ ਖਲੋਏ ਦੇਖ ਝੱਟ ਸਿਰ 'ਤੇ ਚੁੰਨੀ ਲੈਂਦਿਆਂ ਆਪਣੀਆਂ ਅੱਖਾਂ ਸਾਫ਼ ਕੀਤੀਆਂ। ਉਸ ਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਗੁੱਡੀ ਨੇ ਇੱਕ ਵਾਰੀ ਫਿਰ ਤੋਂ ਉਸ ਨੂੰ ਪਿਆਰ ਨਾਲ ਪੁੱਛਿਆ, ਕੀ ਹੋਇਆ ਧੀਏ, ਐਂ ਇਸ ਤਰ੍ਹਾਂ ਭੁੰਜੇ ਕਿਉਂ ਬੈਠੀ ਸੀ? ਰਣਦੀਪ ਚੁੱਪ ਹੋਈ ਖਲੋਈ ਰਹੀ। ਕੀ ਕਰੇ ਵਿਚਾਰੀ, ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਵੀ ਨਹੀਂ ਦੱਸ ਸਕਦੀ ਕੋਈ। ਲੱਗਦਾ ਪੇਕਿਆਂ ਨੂੰ ਯਾਦ ਕਰ ਮਨ ਭਰ ਆਇਆ ਹੋਵੇ। ਗੁੱਡੀ ਨੇ ਤਰਸ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਦਿਆਂ ਮਨ ਵਿੱਚ ਸੋਚਦਿਆਂ ਗੁੱਡੀ ਰਣਦੀਪ ਨੂੰ ਖੁਸ਼ ਕਰਨ ਦਾ ਯਤਨ ਕਰਦੀ ਬੋਲੀ, ਚੱਲ ਪੁੱਤ ਆ ਜਾ ਪੁੱਤ ਆਪਣੇ ਕਮਰੇ 'ਚ, ਨਾਲੇ ਤੇਰਾ ਲੀੜਾ ਕੱਪੜਾ ਲੋਟ ਕਰਕੇ ਪਾ ਲਾ ਬੈਗ 'ਚ, ਅੱਜ ਤੇਰੇ ਵੀਰ ਨੇ ਆਉਣਾ ਤੈਨੂੰ ਲੈਣ ਵਾਸਤੇ। ਇਹ ਸੁਣ ਰਣਦੀਪ ਹਲਕਾ ਜਿਹਾ ਮੁਸਕਰਾ ਕੇ ਭੂਆ ਜੀ ਦੇ ਮਗਰ ਚੱਲ ਪਈ। ਬੇਸ਼ੱਕ ਪੇਕੇ ਜਾਣ ਦਾ ਨਾਮ ਸੁਣ ਕੁੜੀਆਂ ਖੁਸ਼ੀ ਨਾਲ ਦੂਰੀਆਂ ਹੋ ਜਾਂਦੀਆਂ ਹਨ, ਪਰੰਤੂ ਰਣਦੀਪ ਦੇ ਮਨ ਅੰਦਰ ਮਚ ਰਹੀ ਹਲਚਲ ਨੇ ਇਸ ਖੁਸ਼ੀ ਨੂੰ ਕਿਤੇ ਨਾ ਕਿਤੇ ਦਬਾ ਕੇ ਰੱਖ ਦਿੱਤਾ। ਸ਼ਾਮ ਦੇ 4 ਵੱਜ ਚੁੱਕੇ ਸਨ। ਰਣਦੀਪ ਸਾਰਾ ਸਮਾਨ ਤਿਆਰ ਕਰ ਬੈਠੀ ਉਡੀਕ ਕਰ ਰਹੀ ਸੀ। ਥੋੜ੍ਹੀ ਦੇਰ ਬਾਅਦ ਉਸਦੀ ਉਡੀਕ ਖਤਮ ਹੋ ਗਈ ਤੇ ਗੁਰਦੀਪ ਉਸਨੂੰ ਲੈਣ ਲਈ ਆ ਗਿਆ। ਗੁਰਦੀਪ ਉਸਦੇ ਤਾਏ ਜੀ ਦਾ ਬੇਟਾ ਸੀ। ਰਣਦੀਪ ਬੇਸ਼ੱਕ ਉਸਦੀ ਸਕੀ ਭੈਣ ਨਹੀਂ ਸੀ, ਪਰੰਤੂ ਉਸਦੇ ਲਈ ਉਹ ਸਕੀਆਂ ਨਾਲੋਂ ਵੀ ਵੱਧ ਕੇ ਸੀ। ਬਚਪਨ ਦੇ ਹੀ ਦੁੱਖ ਸੁੱਖ ਵਿੱਚ ਹਮੇਸ਼ਾ ਇੱਕ ਦੂਜੇ ਦੇ ਨਾਲ ਅੜੇ ਰਹੇ ਦੋਨੋਂ ਹੀ ਰਹੇ ਨੇ। ਬਚਪਨ ਤੇ ਹੀ ਦੁੱਖ ਸੁੱਖ ਵਿੱਚ ਹਮੇਸ਼ਾ ਇੱਕ ਦੂਜੇ ਦੇ ਨਾਲ ਅੜੇ ਰਹੇ ਆ ਦੋਨੇ। ਇਸ ਲਈ ਗੁਰਦੀਪ ਰਣਦੀਪ ਦੇ ਬਿਨਾਂ ਕੁਛ ਬੋਲਿਆਂ ਇਕੱਲਿਆਂ ਇਸ਼ਾਰਿਆਂ ਤੋਂ ਹੀ ਉਸਦੀ ਸਾਰੀ ਗੱਲ ਸਮਝ ਲੈਂਦਾ ਸੀ। ਗੁਰਦੀਪ ਦੇ ਘਰ ਆਉਂਦਿਆਂ ਹੀ ਰਣਦੀਪ ਭੱਜ ਕੇ ਉਸਨੂੰ ਗੱਲ ਲੱਗ ਮਿਲੀ। ਸਭ ਨਾਲ ਮੁਲਾਕਾਤ ਹੋ ਜਾਣ ਮਗਰੋਂ ਗੁਰਦੀਪ ਨੇ ਚਾਹ ਪਾਣੀ ਪੀਤਾ, ਕਾਫੀ ਚਿਰ ਗੱਲਾਂ ਬਾਤਾਂ ਕੀਤੀਆਂ। ਮਗਰੋਂ ਗੁਰਦੀਪ ਨੇ ਇੱਧਰ ਉੱਧਰ ਤੱਕਦਿਆਂ ਪੁੱਛਿਆ, ਜੀਜਾ ਜੀ ਕਿੱਥੇ ਗਏ ਨੇ, ਉਹ ਨਹੀਂ ਦਿਖ ਰਹੇ ਕਿਤੇ। ਇਹ ਸੁਣ ਰਣਦੀਪ ਦੀ ਨਜ਼ਰ ਫਿਰ ਬੂਹੇ ਵੱਲ ਜਾ ਟਿਕੀ। ਗੁੱਡੀ ਨੇ ਮਲਕੀਤ ਕੋਲੇ ਜਾ ਕੇ ਕਿਹਾ, ਪੁੱਛ ਭਾਬੀ ਕਿੱਥੇ ਰਹਿ ਗਏ? ਮਲਕੀਤ, ਮੈਂ ਕੀਤਾ ਸੀ ਫੋਨ, ਚੁੱਕਿਆ ਉਹਨੇ, ਤੁਹਾਡੇ ਭਰਾ ਨੂੰ ਵੀ ਲਾਇਆ ਸੀ ਨਾ, ਉਹਨਾਂ ਦਾ ਲੱਗਿਆ ਗਾ। ਉਹ ਦਰਅਸਲ ਰਾਜੂ ਨੂੰ ਬਾਹਰ ਥੋੜ੍ਹਾ ਕੰਮ ਸੀ ਨਾ, ਤਾਂ ਕਰਕੇ ਉੱਧਰ ਉਲਝ ਗਿਆ ਹੋਣਾ, ਬਸ ਆਉਂਦਾ ਹੀ ਹੋਊ। ਇਹ ਦੇਖਦਿਆਂ ਗੁੱਡੀ ਨੇ ਜਵਾਬ ਦਿੱਤਾ। ਗੁਰਦੀਪ, ਚਲੋ ਕੋਈ ਗੱਲ ਨਹੀਂ ਜੀ, ਕੰਮ ਵੀ ਜ਼ਰੂਰੀ ਕਰਨਾ ਹੁੰਦਾ, ਫਿਰ ਸਾਨੂੰ ਤਾਂ ਦਿਓ ਆਗਿਆ, ਕਵੇਲਾ ਹੋ ਚੱਲਿਆ, ਫਿਰ ਇੰਨੀ ਦੂਰ ਪਹੁੰਚਣਾ ਵੀ ਹੈ।
ਮਲਕੀਤ ਬਿੰਦ ਝੱਟ ਹੋਰ ਉਡੀਕ ਲੈਂਦੇ ਖੌਰੇ ਆਈ ਜਾਵੇ। ਮਲਕੀਤ ਦਾ ਚਿਹਰਾ ਦੇਖ ਰਣਦੀਪ ਪਹਿਲਾਂ ਹੀ ਸਮਝ ਗਈ ਸੀ ਕਿ ਇਹ ਝੂਠ ਬੋਲ ਰਹੇ ਹਨ। ਉਹ ਸੋਚਣ ਲੱਗੀ ਕਿ ਰਾਜੂ ਜਾਣਬੁੱਝ ਕੇ ਨਹੀਂ ਆਇਆ ਹੋਣਾ, ਕਿਉਂਕਿ ਉਹ ਖੁਸ਼ ਨਹੀਂ ਇਸ ਰਿਸ਼ਤੇ ਤੋਂ। ਮਲਕੀਤ ਦੇ ਕਹਿਣ ਤੇ ਗੁਰਦੀਪ ਥੋੜਾ ਰੁਕ ਗਿਆ। ਕਾਫੀ ਸਮਾਂ ਹੋਰ ਬੀਤ ਜਾਣ ਮਗਰੋਂ ਟਾਈਮ ਨੂੰ ਦੇਖਦਿਆਂ ਗੁਰਦੀਪ ਨੇ ਅਖੀਰ ਜਾਣ ਦੀ ਆਗਿਆ ਮੰਗੀ। ਚਲੋ ਠੀਕ ਹੈ ਜੀ, ਤਾਂ ਫਿਰ ਅਸੀਂ ਚੱਲਦੇ ਹਾਂ। ਹੁਣ ਤੇ ਆਉਣਾ ਜਾਣਾ ਲੱਗਿਆ ਹੀ ਰਹਿਣਾ, ਜੀਜਾ ਜੀ ਨੂੰ ਫਿਰ ਮਿਲ ਲਵਾਂਗਾ। ਇੰਨਾ ਕਹਿ ਕੇ ਉਸਨੇ ਰਣਦੀਪ ਦੇ ਹੱਥੋਂ ਉਸਦੇ ਸਮਾਨ ਵਾਲੀ ਟੈਚੀ ਪਕੜ ਲਈ। ਰਣਦੀਪ ਨੇ ਜਾਂਦੇ ਵਕਤ ਦੋਨਾਂ ਦੇ ਪੈਰੀਂ ਹੱਥ ਲਾਏ। ਉਸਦੇ ਜਾਣ ਲਈ ਹਲੇ ਕੁਛ ਕਦਮ ਪੁੱਟੇ ਹੀ ਸਨ ਕਿ ਘਰ ਦੀ ਚੌਖਟ ਤੇ ਆ ਕੇ ਉਸਦੇ ਕਦਮ ਰੁਕ ਗਏ। ਉਹ ਪਿੱਛੇ ਮੁੜ ਘਰ ਨੂੰ ਇਸ ਤਰ੍ਹਾਂ ਦੇਖਣ ਲੱਗੀ ਜਿਵੇਂ ਉਸਨੇ ਇੱਥੇ ਦੁਬਾਰਾ ਆਉਣਾ ਹੀ ਨਾ ਹੋਵੇ। ਉਹ ਜੀ ਭਰ ਕੇ ਇਸ ਘਰ ਨਾਲ ਜੁੜਿਆ ਯਾਦਾਂ ਨੂੰ ਆਪਣੇ ਦਿਲ 'ਚ ਅੰਦਰ ਸਮਾ ਲੈਣਾ ਚਾਹੁੰਦੀ ਸੀ। ਉਹ ਜਾਂਦੇ ਵਕਤ ਇੱਕ ਵਾਰ ਰਾਜੂ ਨੂੰ ਦੇਖਣਾ ਚਾਹੁੰਦੀ ਸੀ। ਉਹ ਬਾਰ-ਬਾਰ ਪਿੱਛੇ ਮੁੜ ਤੱਕਦੀ ਰਹੀ, ਪਰ ਅਫਸੋਸ ਉਹ ਉਸਦੀ ਇੱਕ ਝਲਕ ਦੇਖਣ ਲਈ ਵੀ ਤਰਸਦੀ ਉੱਥੋਂ ਚਲੀ ਗਈ। ਤੁਹਾਨੂੰ ਭਾਗ ਕਿਵੇਂ ਲੱਗਿਆ? ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨੇ। ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ। ਸਤਿ ਸ਼੍ਰੀ ਅਕਾਲ ਜੀ।